ਜਰਮਨ ਲਾਇਸੈਂਸ ਥਿਓਰੀ ਭਾਗ ਚੌਥਾ। ਲਓ ਜੀ, ਅੱਜ ਦਾ ਪਹਿਲਾ ਸਵਾਲ ਆਪਾਂ ਵੀਡੀਓ ਵਾਲੇ ਸਵਾਲ ਤੋਂ ਸ਼ੁਰੂ ਕਰ ਲੈਂਦੇ ਹਾਂ। ਤੇ ਜੇ ਪਹਿਲਾ ਸਵਾਲ ਹੋ ਗਿਆ ਹੋਇਆ ਤਾਂ ਵੀ ਕੋਈ ਗੱਲ ਨਹੀਂ, ਮੈਂ ਇੱਕ ਦੋ ਸਵਾਲ ਜ਼ਿਆਦਾ ਕਰ ਲਵਾਂਗਾ ਅੱਜ, ਕੋਈ ਚੱਕਰ ਨਹੀਂ ਆ। So, bitte starte das Video, dich mit der Situation vertraut zu machen। ਉੱਪਰ ਲਿਖਿਆ ਕਿ ਵੀਡੀਓ ਨੂੰ ਸਟਾਰਟ ਕਰੋ ਤੇ ਜਿਹੜੀ ਇਹਦੇ 'ਚ ਸਿਚੁਏਸ਼ਨ ਆ ਉਹਦਾ ਤੁਸੀਂ ਜਿਹੜਾ ਆ ਐਕਸਪੀਰੀਅੰਸ ਜਿਹੜਾ ਆ ਇਕੱਠਾ ਕਰੋ। ਤੇ ਆਪਾਂ ਜਿਹੜਾ ਆ ਵੀਡੀਓ ਸਟਾਰਟ ਕਰਦੇ ਹਾਂ, ਠੀਕ ਹੈ ਜੀ। ਵੀਡੀਓ ਸਟਾਰਟ ਕਰ ਲਈ ਤੇ ਅਸੀਂ ਦੇਖ ਰਹੇ ਹਾਂ ਸੱਜੇ ਖੱਬੇ ਜਿਹੜਾ ਉੱਪਰ ਵਾਲਾ ਸ਼ੀਸ਼ਾ ਸਾਰੇ ਪਾਸੇ ਦੇਖ ਰਹੇ ਹਾਂ, ਤੇ ਅੱਗੇ ਵੀ ਸਾਡੀ ਪੂਰੀ ਨਿਗਾਹ ਟਿਕਾਈ ਹੋਈ ਆਪਾਂ। ਤੇ ਬੱਸ ਰੁਕੀ ਆ ਕਿਉਂਕਿ ਪਰਲਾ ਸਿਗਨਲ ਚੱਲ ਰਿਹਾ ਸੀ, ਪਰ ਤੁਸੀਂ ਦੇਖਿਆ ਕਿ ਉਹ ਬੰਦਾ ਜਿਹੜਾ ਅੱਗੋਂ ਬੱਸ ਤੇ ਨਿਕਲ ਲੱਗਾ। ਹੁਣ ਉਹ ਬੰਦਾ ਯਾਤਰੀ ਵੀ ਹੋ ਸਕਦਾ ਜਿਹੜਾ ਬੱਸ ਚੋਂ ਨਿਕਲਿਆ, ਤੇ ਜਾਂ ਵੈਸੇ ਵੀ ਕੋਈ ਬੰਦਾ ਹੋ ਸਕਦਾ ਜਿਹੜਾ ਉੱਥੋਂ ਰਸਤਾ ਪਾਰ ਕਰਨ ਲੱਗਾ ਹੋਵੇ ਬੱਸ ਤੇ ਅੱਗਿਓਂ। ਤੇ ਆਪਾਂ ਚੱਲਦੇ ਹਾਂ। ਸੋ Aufgabenstellung, müssen Sie hier langsam und bremsbereit fahren? ਕਿ ਉਹ ਪੁੱਛ ਰਿਹਾ ਕਿ ਤੁਹਾਨੂੰ ਇੱਥੇ ਹੁਣ ਜਿਹੜਾ ਆ ਜ਼ਰੂਰੀ ਆ ਕਿ ਤੁਸੀਂ ਜਿਹੜਾ ਇੱਥੇ ਹੌਲੀ ਗੱਡੀ ਚਲਾਓ ਤੇ ਬ੍ਰੇਕ ਲਈ ਤਿਆਰ ਰਹੋਗੇ। ਤੇ ਥੱਲੇ ਦਾ ਪਹਿਲਾ ਆਨਸਰ ਲਿਖਿਆ ਹੋਇਆ ਜਾਂ ਦਾ der Bus sofort anfahren wird, ਕਿ ਹਾਂ ਬਿਲਕੁਲ ਕਿ ਜਿਹੜੀ ਬੱਸ ਆ ਹੋ ਸਕਦਾ ਹੁਣ ਜਿਹੜੀ ਆ ਫੌਰਨ ਜਿਹੜੀ ਉਹ ਚੱਲਣ ਲੱਗੀ ਆ। ਇਹ ਗਲਤ ਆ ਕਿਉਂਕਿ ਤੁਸੀਂ ਦੇਖਿਆ ਸੀ ਕਿ ਵੀਡੀਓ ਜਦੋਂ ਚੱਲ ਰਹੀ ਸੀ ਤੇ ਵੀਡੀਓ ਦੇ ਵਿੱਚ ਬੱਸ ਦਾ ਜਿਹੜਾ ਸੀ ਰਾਈਟ ਵਾਲਾ ਜਿਹੜਾ ਇਸ਼ਾਰਾ ਸਿਗਨਲ ਜਿਹੜਾ ਚੱਲ ਰਿਹਾ ਸੀ, ਇਹਦਾ ਮਤਲਬ ਉਨੇ ਚਿਰ ਬੱਸ ਖਲੋਤੀ ਰਹੇਗੀ। ਜਦੋਂ ਲੈਫਟ ਵਾਲਾ ਚੱਲਦਾ ਤੇ ਫਿਰ ਇਹਦਾ ਮਤਲਬ ਸੀ ਬੱਸ ਚੱਲ ਸਕਦੀ ਆ, ਤੁਰ ਸਕਦੀ ਆ। ਸੋ ਇਹ ਸਹੀ ਨਹੀਂ ਆ। ਸੈਕਿੰਡ ਆਨਸਰ ਲਿਖਿਆ ਹੋਇਆ ਜਾਂ ਦਾ der Fahrgäste vor dem Bus die Fahrbahn überqueren könnten। ਹਾਂ ਕਿ ਜਿਹੜੇ ਯਾਤਰੀ ਆ ਬੱਸ ਚੋਂ ਨਿਕਲੇ ਹੋ ਸਕਦੇ ਆ ਤੇ ਉਹ ਬੱਸ ਦੇ ਅੱਗਿਓਂ ਦੀ ਜਿਹੜਾ ਆ ਸੜਕ ਪਾਰ ਕਰਨਾ ਚਾਹੁੰਦੇ ਹੋਣ ਜਾਂ ਕਰ ਰਹੇ ਹੋਣ। ਤੇ ਤੀਜਾ ਲਿਖਿਆ ਜਾਂ ਦਾ Person die nicht aus dem Bus kommen die Fahrbahn überqueren könnten। ਹਾਂ ਹੋ ਸਕਦਾ ਹੈ ਉਹ ਲੋਕ ਜਿਹੜੇ ਬੱਸ ਚੋਂ ਨਹੀਂ ਆਏ ਵੈਸੇ ਹੀ ਉੱਥੇ ਸੜਕ ਤੇ ਸੀਗੇ ਤੇ ਬੱਸ ਦੇ ਅੱਗੋਂ ਜਿਹੜਾ ਰਸਤਾ ਪਾਰ ਕਰਨਾ ਚਾਹੁੰਦੇ ਹੋਣ ਜਾਂ ਕਰ ਰਹੇ ਹੋਣ। ਤੇ ਇਹ ਵੀ ਠੀਕ ਰਹੇਗਾ। ਜ਼ਰੂਰੀ ਨਹੀਂ ਕਿ ਉਹ ਬੰਦਾ ਜਿਹੜਾ ਸਾਹਮਣੇ ਹੁਣ ਬੱਸ ਦੇ ਸੀਗਾ ਉਹ ਬੱਸ ਚੋਂ ਹੀ ਨਿਕਲਿਆ ਹੋਵੇ। ਤੇ ਆਪਾਂ ਹੁਣ ਅੱਗੇ ਚੱਲਦੇ ਹਾਂ ਸੈਕਿੰਡ ਕੁਐਸਚਨ ਤੇ। Die Straßenbahn ist an der Haltestelle gerade zum Stehen gekommen. Welches Verhalten ist richtig? Ein- oder aussteigende Fahrgäste dürfen mit der Hupe gewarnt werden। ਮੈਂ ਪਹਿਲੀਆਂ ਵੀਡੀਓ 'ਚ ਕਹਿਣਾ ਮੈਨੂੰ ਯਾਦ ਨਹੀਂ ਰਿਹਾ, ਹੂਪੇ ਜਿਹੜਾ ਹੁੰਦਾ ਆ ਹੌਰਨ ਨੂੰ ਕਹਿੰਦੇ ਆ। ਤੇ ਇੱਥੇ ਲਿਖਿਆ ਪਹਿਲਾ ਆਨਸਰ ਕਿ ਜਿਹੜੇ ਯਾਤਰੀ ਆ ਜਿਹੜੇ ਸਟਾਸੇਬਾਨ 'ਚ ਜਿਹੜੀ ਟਰਾਮ ਆ ਜਾਂ ਸਟਾਸੇਬਾਨ ਇੱਥੇ ਜਰਮਨ 'ਚ ਕਹਿੰਦੇ ਆ, ਸਟਾਸੇਬਾਨ 'ਚ ਜਿਹੜੇ ਵੜਨ ਲੱਗੇ ਆ ਜਾਂ ਜਿਹੜੇ ਨਿਕਲਣ ਲੱਗੇ ਆ ਉਹਨਾਂ ਨੂੰ ਆਪਾਂ ਹੌਰਨ ਦੇ ਕੇ ਜਿਹੜੇ ਵਾਰਨਿੰਗ ਦੇ ਸਕਦੇ ਆ। ਇਹ ਸਹੀ ਨਹੀਂ ਆ। ਤੇ ein- oder aussteigende Fahrgäste dürfen nicht gefährdet werden। ਇੱਥੇ ਦੂਜੇ 'ਚ ਕਹਿ ਰਿਹਾ ਕਿ ਜਿਹੜੇ ਯਾਤਰੀ ਚੜ੍ਹਨ ਲੱਗੇ ਆ ਜਾਂ ਉਤਰਨ ਲੱਗੇ ਆ ਸਟਰਾਸੇਬਾਨ 'ਚ, ਆਪਾਂ ਉਹਨਾਂ ਲਈ ਕੋਈ ਵੀ ਕਿਸੇ ਕਿਸਮ ਦਾ ਖਤਰਾ ਨਹੀਂ ਪੈਦਾ ਕਰ ਸਕਦੇ। ਤੇ ਤੀਜਾ ਆਨਸਰ ਉਹਦਾ ein- oder aussteigende Fahrgäste dürfen nicht behindert werden, ਤੇ ਆਪਾਂ ਉਹਨਾਂ ਲਈ ਕੋਈ ਰੁਕਾਵਟ ਵੀ ਨਹੀਂ ਪੈਦਾ ਕਰ ਸਕਦੇ। ਸੋ ਇਹਦਾ ਮਤਲਬ ਹੈ ਕਿ ਸਾਨੂੰ ਜਿਹੜਾ ਆ ਬ੍ਰੈਮਸ ਬਰਾਈਟ ਰਹਿਣਾ ਪਏਗਾ, ਬ੍ਰੇਕ ਲਈ ਤਿਆਰ ਰਹਿਣਾ ਪਏਗਾ, ਤੇ ਜੇ ਜ਼ਰੂਰਤ ਪਈ ਤਾਂ ਸਾਨੂੰ ਗੱਡੀ ਰੋਕਣੀ ਵੀ ਪਏਗੀ। ਤੇ ਇਹ ਸਹੀ ਰਹੇਗਾ। ਤੇ ਅੱਗੇ ਚੱਲਦੇ ਹਾਂ। Wie sollten Sie sich verhalten? ਤੁਸੀਂ ਦੇਖ ਰਹੇ ਹੋ ਕਿ ਤੁਸੀਂ ਇੱਕ ਪਿੰਡ ਸ਼ਹਿਰ ਕਿਤੇ ਹੋ ਜਿੱਥੇ ਰਿਹਾਇਸ਼ ਆ, ਇੱਧਰਲੇ ਪਾਸੇ ਗੱਡੀਆਂ ਪਾਰਕ ਨੇ ਤੇ ਇੱਧਰ ਘਰ ਨੇ, ਤੇ ਹੁਣ ਇੱਥੇ ਉਹ ਦੱਸ ਰਿਹਾ ਕਿ ਤੁਹਾਨੂੰ ਇੱਥੇ ਤੁਹਾਡਾ ਬਿਹੇਵੀਅਰ, ਤੁਹਾਡਾ ਵਰਤਾਰਾ ਇੱਥੇ ਕਿਵੇਂ ਦਾ ਹੋਣਾ ਚਾਹੀਦਾ। Unverändert weiterfahren, ਕਿ ਸਾਨੂੰ ਕੁਝ ਵੀ ਚੇਂਜ ਕਰਨ ਦੀ ਲੋੜ ਨਹੀਂ, ਜਿਵੇਂ ਅਸੀਂ ਜਾ ਰਹੇ ਹਾਂ 30 ਦੀ ਸਪੀਡ ਤੇ ਉੱਦਾਂ ਹੀ ਅਸੀਂ ਜਾ ਸਕਦੇ ਹਾਂ। ਇਹ ਸਹੀ ਨਹੀਂ ਹੋਏਗਾ। ਤੁਸੀਂ ਉਹ ਸਾਹਮਣੇ ਕੁਝ ਦੇਖ ਰਹੇ ਹੋ ਨਾ, ਤੇ ਉੱਥੇ ਦੀ ਆਪਾਂ ਆਉਣ ਲੱਗੇ ਉਸੇ ਗੱਲ ਤੇ। Auf Schrittgeschwindigkeit abbremsen, ਜੇ ਆਪਾਂ 30 ਦੀ ਸਪੀਡ ਤੇ ਵੀ ਜਾ ਰਹੇ ਹਾਂ ਤੇ ਆਪਾਂ ਜਿਹੜਾ ਆ ਆਪਣੀ ਸਪੀਡ ਜਿਹੜੀ ਆ ਘਟਾ ਲੈਣੀ ਆ। ਯਾਨੀ ਕਿ Schrittgeschwindigkeit ਜਦੋਂ ਆਪਾਂ ਜ਼ਿਕਰ ਕੀਤਾ ਸੀ, ਸਲੋ ਆ ਜਾਣਾ 5 ਤੋਂ 7 ਦੀ ਸਪੀਡ ਤੇ। ਤੇ ਬ੍ਰੈਮਸ ਬਰਾਈਟ ਬਲਾਈਵ, ਤੇ ਜਿਹੜਾ ਸਾਨੂੰ ਆ ਬ੍ਰੇਕ ਲਾਉਣ ਲਈ ਵੀ ਤਿਆਰ ਰਹਿਣਾ ਪਏਗਾ। ਹੋ ਸਕਦਾ ਹੈ ਕਿ ਉੱਥੋਂ ਅੱਗੋਂ ਕੋਈ ਬੱਚਾ ਜਾਂ ਕੋਈ ਪਰਸਨ ਜਿਹੜਾ ਆ ਗੱਡੀਆਂ ਦੇ ਵਿੱਚੋਂ ਦੀ ਨਿਕਲ ਕੇ ਬਾਹਰ ਨੂੰ ਭੱਜ ਪਏ ਜਾਂ ਆ ਜਾਵੇ ਸਾਡੇ ਸਾਹਮਣੇ। ਸੋ ਇਹ ਵੀ ਠੀਕ ਆ। Wie sollten Sie sich verhalten? ਤੁਸੀਂ ਦੇਖ ਰਹੇ ਹੋ ਕਿ ਇੱਥੇ ਆ
ਇੱਕ ਚੁਰਾਹਾ ਹੈ, ਜਿੱਦਾਂ ਇੱਕ ਚੌਂਕ ਆ, ਜਿੱਦਾਂ ਕਹਿ ਲਈਏ ਇੱਧਰੋਂ ਵੀ ਸੜਕ ਆ ਰਹੀ ਆ ਤੇ ਇੱਧਰੋਂ ਵੀ ਤੇ ਸਾਹਮਣੇ ਵੀ ਜਾ ਰਿਹਾ ਤੇ ਅੱਗੇ ਤੁਹਾਡੇ ਹੈਗੀਆਂ ਜਿਹੜੀਆਂ ਅਗਲੀ ਸੜਕ ਦੇ ਲੋਕ ਜਿੱਥੇ ਖੜੇ ਨੇ ਉੱਥੇ ਹੈਗੀ ਜ਼ੇਬਰਾ ਸਟ੍ਰਾਈਪ ਨੂੰ। ਠੀਕ ਹੈ ਜੀ, ਤੇ ਇੱਥੇ ਸਾਡਾ ਵਰਤਾਰਾ ਕੀ ਰਹੇਗਾ, ਅਸੀਂ ਇੱਧਰਲੇ ਪਾਸੇ ਹਾਂ। ਠੀਕ ਹੈ ਜੀ, ਤੇ ਅਸੀਂ ਸਿੱਧਾ ਜਾਣਾ ਹੈ। Mit einem Bogen die Fußgänger weiterfahren, den nachfolgenden Verkehr nicht zu behindern। ਕਹਿੰਦਾ ਹੈ ਕਿ ਅਸੀਂ ਜਿਹੜਾ ਆ ਬਹੁਤ ਇੱਕ ਬੋਗਨ ਜਿਹਨੂੰ ਕਹਿੰਦੇ ਆ ਆਪਾਂ, ਇੱਕ ਦੁਆਲਿਆਂ ਦੀ ਲੰਘ ਜਾਣਾ, ਜਿਵੇਂ ਆਉਸਵਾਈਸ਼ਨ ਵੀ ਕਹਿ ਦਿੰਦੇ ਆ ਨਾ, ਦੁਆਲਿਆਂ ਦੀ ਮਤਲਬ ਕਿ ਇੱਦਾਂ ਘੁਮਾ ਕੇ ਗੱਡੀ ਦੁਆਲਿਓਂ ਦੂਰੋਂ ਕਰਕੇ ਆਪਾਂ ਲੰਘ ਸਕਣੇ ਆ। ਕਿ ਜਿਹੜੀ ਸਾਡੇ ਜੇ ਆਪਾਂ ਗੱਡੀ ਰੋਕਾਂਗੇ ਤੇ ਸਾਡੇ ਪਿੱਛੇ ਜਿਹੜੀ ਆ ਨਾਖਫਲਨ ਦੇ ਫਰਕੇ ਆ, ਸਾਡੇ ਪਿੱਛੇ ਜਿਹੜੀ ਆ ਉਹ ਜਾਮ ਲੱਗੇਗਾ ਉਹਦਾ, ਤੇ ਉਹ ਆਪਾਂ ਉਹਦਾ ਬਚਾਅ ਕਰਨੇ ਆ। ਤੇ ਆਪਾਂ ਜਿਹੜਾ ਆ ਲੋਕ ਖਲੋਤੇ ਨੇ ਇਹਨਾਂ ਤੋਂ ਆਪਾਂ ਇੱਕ ਬੋਗਨ ਬਣਾ ਕੇ ਇੱਕ ਜਿੱਦਾਂ ਆ ਦੁਆਲਿਆਂ ਦੀ ਲੰਘ ਜਾਂਦੇ ਆ ਇੱਕ, ਤੇ ਇਹ ਸਹੀ ਨਹੀਂ ਹੈਗਾ। ਦੂਜਾ ਆ frühzeitig abbremsen, den Fußgänger deutlich zu machen, dass ich ihnen das Überqueren ermögliche। ਇਹਦੇ ਵਿੱਚ ਕਹਿੰਦਾ ਹੈ ਕਿ ਮੈਂ ਸਮਾਂ ਰਹਿਣ ਤੋਂ ਪਹਿਲਾਂ ਜਿਹੜਾ ਆ ਗੱਡੀ ਦੀ ਬ੍ਰੇਕ ਲਾ ਲਵਾਂਗਾ, ਤੇ ਉਹਦੇ ਨਾਲ ਕੀ ਹੋਏਗਾ, ਉਹਨਾਂ ਨੂੰ ਜਿਹੜਾ ਆ ਉੱਥੇ ਜਿਹੜੇ ਲੋਕ ਖਲੋਤੇ ਨੇ ਜਿਨ੍ਹਾਂ ਨੇ ਉੱਥੇ ਸੜਕ ਪਾਰ ਕਰਨੀ ਆ, ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਹਾਂ ਇਹ ਬੰਦੇ ਨੇ ਗੱਡੀ ਰੋਕ ਲਈ ਆ ਤੇ ਹੁਣ ਅਸੀਂ ਲੰਘ ਸਕਦੇ ਹਾਂ। ਉਹਨਾਂ ਨੂੰ ਜਿਹੜਾ ਆ ਅਹਿਸਾਸ ਹੋ ਜਾਏਗਾ ਵੀ ਹਾਂ ਇਸ ਹਿਸਾਬ ਨਾਲ ਮੈਂ ਬ੍ਰੇਕ ਪਹਿਲਾਂ ਹੀ ਲਾ ਲਵਾਂਗਾ ਕਿ ਹਾਂ ਉਹਨੂੰ ਪਤਾ ਲੱਗ ਜਾਵੇ ਕਿ ਉਹਨੇ ਗੱਡੀ ਰੋਕ ਲਈ ਆ ਤੇ ਸਾਨੂੰ ਉਹ ਲੰਘਣ ਦੇ ਰਿਹਾ ਆ। ਠੀਕ ਹੈ ਜੀ, ਇਹ ਸਹੀ ਆ। Weiterfahren auch wenn die Fußgänger kurz stehen bleiben। ਤੇ ਤੀਜੇ 'ਚ ਲਿਖਿਆ ਕਿ ਜੇ ਉਹ ਖਲੋਤੇ ਨੇ ਤੇ ਤੁਸੀਂ ਜਿਹੜਾ ਆ ਲੰਘ ਸਕਦੇ ਹੋ। ਇਹ ਇੱਥੇ ਸਹੀ ਨਹੀਂ ਹੋਏਗਾ, ਤੁਹਾਨੂੰ ਨਹੀਂ ਪਤਾ ਕਿ ਉਹ ਖਲੋਤੇ ਆ ਕਿ ਉਹ ਸਾਡੀ ਹੀ ਵੇਟ ਕਰ ਰਿਹਾ ਕਿ ਅਗਰ ਬੰਦਾ ਰੁਕ ਜਾਵੇ ਤੇ ਆਪਾਂ ਲੰਘ ਜਾਈਏ, ਕਿਉਂਕਿ ਫੁੱਸਗੈਂਗਰ ਜਿਹੜੇ ਇੱਥੇ ਜ਼ੇਬਰਾ ਸਟ੍ਰਾਈਪ ਹੁੰਦੀਆਂ ਵੈਸੇ ਉਹਨਾਂ ਦੀ ਉੱਥੇ ਪਹਿਲ ਹੁੰਦੀ ਆ। ਠੀਕ ਹੈ ਜੀ, ਸੋ ਇਹ ਵੀ ਨਹੀਂ ਸਹੀ ਤੇ ਇਹ ਠੀਕ ਸੀਗਾ ਇੱਕ। Wie müssen Sie sich verhalten। ਤੁਸੀਂ ਦੇਖ ਰਹੇ ਹੋ ਕਿ ਉਹ ਸਾਹਮਣੇ ਫਿਰ ਜ਼ੇਬਰਾ ਸਟ੍ਰਾਈਪ ਨੇ, ਇੱਧਰ ਲੋਕ ਖਲੋਤੇ ਆ, ਉਹਨਾਂ ਨੇ ਸੜਕ ਪਾਰ ਕਰਨੀ ਆ। ਠੀਕ ਹੈ ਜੀ, ਤੇ ਇੱਥੇ ਥੱਲੇ ਆਪਾਂ ਜਿਹੜੇ ਇਹਦੇ ਆਨਸਰ ਪੜ੍ਹਨੇ ਆ, ਜਵਾਬ ਪੜ੍ਹਨੇ ਆ। Anhalten den Person das Überqueren der Fahrbahn zu ermöglichen। ਗੱਡੀ ਰੋਕ ਲੈਣੀ ਹੈ ਤਾਂ ਕਿ ਉਹ ਜਿਹੜੇ ਲੋਕ ਨੇ ਉਹ ਸੜਕ ਪਾਰ ਕਰ ਸਕਣ। ਠੀਕ ਆ। Weiterfahren weil ausreichend Zeit ist, bis die Personen meine Fahrbahnseite erreicht haben। ਤੇ ਕਹਿੰਦਾ ਕਿ ਨਹੀਂ ਤੁਸੀਂ ਜਾ ਸਕਦੇ ਹੋ ਜਦੋਂ ਤੱਕ ਉਹਨਾਂ ਨੇ, ਕਿਉਂਕਿ ਉਹਨਾਂ ਨੇ ਉਧਰਲੇ ਪਾਸੇ ਤੁਰਨਾ ਹੈ ਤੇ ਜਿਹੜੀ ਮੇਰੀ ਫਾਬਾਨ ਆ ਨਾ, ਮੇਰੀ ਸੜਕ ਦੀ ਲਾਈਨ ਆ ਇੱਧਰ ਵਾਲੀ, ਕਹਿੰਦਾ ਜਦੋਂ ਤੱਕ ਉਹਨਾਂ ਨੇ ਇੱਧਰ ਪਹੁੰਚਣਾ ਮੈਂ ਲੰਘ ਵੀ ਜਾਣਾ। ਇਹ ਗਲਤ ਆ, ਇੱਦਾਂ ਨਹੀਂ ਆਪਾਂ ਸੋਚ ਸਕਦੇ। ਤੇ Weiterfahren weil sich Personen nur an linken Fahrbahnrand befinden। ਜੇ ਆਪਾਂ ਇਹ ਸੋਚ ਲਈਏ ਕਿ ਨਹੀਂ ਉਹ ਤੇ ਖੱਬੇ ਪਾਸੇ ਖਲੋਤੇ ਨੇ ਤੇ ਆਪਾਂ ਲੰਘ ਸਕਦੇ, ਇਹ ਵੀ ਗਲਤ ਆ। ਜਦੋਂ ਬੰਦਾ ਇੱਥੇ ਖਲੋਤਾ ਜ਼ੇਬਰਾ ਸਟ੍ਰਾਈਪ ਤੇ ਸਾਡੀ ਪਹਿਲੀ ਸੋਚ ਇਹੀ ਹੋਣੀ ਚਾਹੀਦੀ ਆ ਕਿ ਬੰਦਾ ਖਲੋਤਾ ਹੈ ਤੇ ਵੇਟ ਕਰ ਰਿਹਾ ਕਿ ਟ੍ਰੈਫਿਕ ਜਿਹੜੀ ਆ ਸਾਨੂੰ ਲੰਘਣ ਦਾ ਜਿਹੜਾ ਆ ਮੌਕਾ ਦੇ ਦੇਵੇ। ਸੋ ਇਹ ਵੀ ਨਹੀਂ ਸਹੀ। ਆਪਾਂ ਅੱਗੇ ਚੱਲਦੇ ਹਾਂ। Mit welchem Verhalten müssen Sie an solche Haltestellen rechnen। ਇੱਦਾਂ ਸਟ੍ਰਾਸਨਬਾਨ ਦੇ ਸਟਾਪ ਆ ਗਿਆ ਹੁਣ, ਇੱਦਾਂ ਦੇ ਸਟਾਪ ਦੇ ਉੱਪਰ ਜਿਹੜੇ ਹਾਲਟਸਟੈਲ ਨੇ ਉੱਥੇ ਆਪਾਂ ਕੀ ਹਿਸਾਬ ਲਾਵਾਂਗੇ, ਕਿੱਦਾਂ ਦੀ ਸਾਡਾ ਵਰਤਾਰਾ ਹੋਏਗਾ। ਤੇ ਥੱਲੇ ਆਪਾਂ ਇਹਦਾ ਆਨਸਰ ਪੜ੍ਹਨੇ ਆ। Fußgänger warten bis die Fahrbahn frei ist। ਕਿ ਜਿਹੜੇ ਫੁੱਸਗੈਂਗਰ ਜਿਵੇਂ ਉਹ ਬੰਦਾ ਆ ਇੱਧਰ ਟਰਾਮ ਦੇ ਅੱਗੇ ਦੀ, ਉਹ ਵੇਟ ਕਰੇਗਾ ਜਦੋਂ ਤੱਕ ਸਾਡੀ ਰਸਤਾ ਫ੍ਰੀ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਜਿਹੜਾ ਸੜਕ ਪਾਰ ਨਹੀਂ ਕਰੇਗਾ। ਇਹ ਨਹੀਂ ਆਪਾਂ ਸੋਚ ਸਕਦੇ। Fußgänger verlassen die Haltestelle Insel unachtsam। unachtsam ਵੀ ਉਹੀ ਹੁੰਦਾ ਕਿ ਬਿਨਾਂ ਧਿਆਨ ਦੇਣ ਤੋਂ। Fußgänger verlassen ਛੱਡਣਾ ਜਿਵੇਂ, ਤੇ ਹਾਲਟਸਟੈਲ ਇੰਜ਼ਲ ਜਿਹੜੀ ਆ ਕਿ ਸੈਂਟਰ ਦੇ ਵਿੱਚ ਇੱਧਰ ਸੜਕ ਆ ਉੱਧਰ ਸੜਕ ਆ ਤੇ ਸੈਂਟਰ ਦੇ ਵਿੱਚ ਜਿਹੜੀ ਆ ਇੱਕ ਆਈਲੈਂਡ ਵਾਂਗੂ ਕਹਿ ਦਈਏ ਆਪਾਂ, ਇੰਜ਼ਲ ਆ ਜਿੱਥੋਂ ਦੀ ਹੈ ਸਟ੍ਰਾਸੇਬਾਨ ਲੰਘਦੀ ਹੈ। ਤੇ ਉੱਥੋਂ ਉਤਰ ਕੇ ਜਿਹੜੇ ਫੁੱਸਗੈਂਗਰ ਨੇ ਉਹ ਜਿਹੜਾ ਆ ਬਿਨਾਂ ਧਿਆਨ ਦੇਣ ਦੇ ਹੀ ਜਿਹੜਾ ਆ ਜ਼ਿਆਦਾ ਕਰਕੇ ਜਿਹੜਾ ਆ ਮਤਲਬ ਸੜਕ 'ਤੇ ਆ ਸਕਦੇ ਆ। ਫਰਲਾਸਨ ਜਾਣੀ ਕਿ ਇੰਜ਼ਲ ਨੂੰ ਛੱਡ ਸਕਦੇ ਆ, ਇਹਦਾ ਮਤਲਬ ਕਿ ਸੜਕ 'ਤੇ ਆ ਸਕਦੇ ਆ ਜਾਂ ਸੜਕ ਨੂੰ ਪਾਰ ਜੋ ਕਰਨਾ ਆ ਉਹਨਾਂ ਨੇ, ਹੈ ਨਾ। ਤੇ ਇਹ ਠੀਕ ਆ। Fußgänger rennen über die Fahrbahn zu Haltestelle Insel। ਤੇ ਦੂਸਰੇ ਪਾਸਿਓਂ ਸੇਮ ਉਹੀ ਗੱਲ ਆ ਕਿ ਜਿਹੜੇ ਫੁੱਸਗੈਂਗਰ ਦੂਸਰੇ ਪਾਸਿਓਂ ਨੇ, ਉਹਨਾਂ ਨੇ ਜੇ ਸਟ੍ਰਾਸੇਬਾਨ ਫੜਨੀ ਆ, ਜਿਹਨੇ ਕਿਸੇ ਨੇ ਜਾਣਾ ਆ, ਤੇ ਉਹ ਹੋ ਸਕਦਾ ਉਹ ਵੀ ਭੱਜ ਕੇ ਸੜਕ ਤੋਂ ਲੰਘ ਕੇ ਤੇ
ਜਿਹੜੀ ਹਾਲਟਸਟੈਲ ਇੰਜ਼ਲ ਆ ਜਿੱਥੇ ਖੜੀ ਆ ਸਟਰਾਸਬਨ, ਉੱਥੇ ਪਹੁੰਚਣ ਦੀ ਕੋਈ ਕੋਸ਼ਿਸ਼ ਕਰੇ ਇੱਧਰਲੇ ਪਾਸਿਓਂ, ਤੇ ਇਹ ਵੀ ਜਿਹੜਾ ਸਹੀ ਆ। ਠੀਕ ਆ ਜੀ। Sie wollen recht abbiegen, worauf müssen Sie sich einstellen? ਤੁਸੀਂ ਸੱਜੇ ਪਾਸੇ ਨੂੰ ਮੁੜਨਾ ਚਾਹੁੰਦੇ ਹੋ ਤੇ ਤੁਹਾਡੇ ਅੱਗੇ ਟਰੱਕ ਹੈ ਉਹ ਵੀ ਸੱਜੇ ਪਾਸੇ ਨੂੰ ਮੁੜਨ ਲੱਗਾ ਆ, ਤੁਹਾਡੇ ਸਾਹਮਣੇ ਇੱਕ ਸਾਈਕਲ ਜਾ ਰਹੀ ਆ, ਪਰਲੇ ਪਾਸੇ ਇਸ਼ਾਰਿਆਂ ਤੇ ਇੱਕ ਬੰਦਾ ਖਲੋਤਾ ਹੈ ਤੇ ਉਹ ਪਰਾਂ ਵੀ ਕੋਈ ਬੰਦੇ ਖਲੋਤੇ ਨੇ ਜਾਂ ਕੋਈ ਲੋਕ ਖਲੋਤੇ ਆ, ਔਰਤਾਂ ਵੀ ਹੋ ਸਕਦੀਆਂ, ਤੇ ਉਹਨਾਂ ਨੇ ਵੀ ਇੱਧਰ ਵਾਲੇ ਪਾਸੇ ਨੇ, ਇੱਧਰ ਵਾਲੇ ਬੰਦੇ ਨੇ ਉੱਧਰ ਜਾਣਾ ਆ ਹੋ ਸਕਦਾ, ਤੇ ਉੱਧਰ ਵਾਲੇ ਪਾਸੇ ਨੇ ਇੱਧਰ ਆਉਣਾ ਹੋ ਸਕਦਾ, ਯਾਨੀ ਕਿ ਸੜਕ ਪਾਰ ਕਰਨੀ ਹੋਣੀ ਹੈ ਹੋ ਸਕਦੀ ਆ। ਤੇ ਇੱਥੇ ਆਪਾਂ ਆਪਣੇ ਦਿਮਾਗ ਵਿੱਚ ਕੀ ਬਿਠਾ ਲਾਂਗੇ ਕਿ ਹੁਣ ਸਾਡੇ ਨਾਲ ਇੱਥੇ ਕੀ ਵਾਪਰ ਸਕਦਾ, ਕੀ ਹੋ ਸਕਦਾ ਹੈ। ਪਹਿਲਾ ਆਨਸਰ ਲਿਖਿਆ der LKW wird anhalten, ਕਿ ਜਿਹੜਾ ਟਰੱਕ ਉਹ ਰੁਕ ਸਕਦਾ ਹੈ। ਹੋ ਸਕਦਾ ਟਰੱਕ ਵਾਲਾ ਕਹੇ ਮੈਂ ਰੁਕ ਜਾਣਾ ਆ ਤੇ ਉਹ ਜਿਹੜੇ ਲੋਕ ਖਲੋਤੇ ਨੇ ਉਹਨਾਂ ਨੂੰ ਮੈਂ ਰਸਤਾ ਪਹਿਲਾਂ ਪਾਰ ਕਰ ਲੈਂਦੇ ਆ, ਹੋ ਸਕਦਾ ਇੱਦਾਂ। Der Fußgänger könnte den LKW vorbeilassen und dann vor mir die Fahrbahn überqueren, ਹੋ ਸਕਦਾ ਕਿ ਟਰੱਕ ਨੂੰ ਲੰਘਣ ਲੈਣ ਦੇਣ, ਜਦੋਂ ਸਾਡੀ ਵਾਰੀ ਆਵੇ ਤੇ ਉਦੋਂ ਜਿਹੜਾ ਰਸਤੇ ਤੇ ਆ ਜਾਣ ਤੇ ਆਪਣਾ ਸੜਕ ਪਾਰ ਕਰਨੀ ਚਾਹਣ, ਇਹ ਵੀ ਹੋ ਸਕਦਾ, ਸਾਨੂੰ ਇਹ ਵੀ ਧਿਆਨ ਰੱਖਣਾ ਪਏਗਾ। ਤੇ ਅੱਗੇ ਤੀਜੇ 'ਚ ਲਿਖਿਆ nach dem Abbiegen des LKWs könnten Fußgänger von der gegenüberliegenden Straßenseite kommen, ਇਹ ਵੀ ਹੋ ਸਕਦਾ ਕਿ ਜਦੋਂ ਟਰੱਕ ਲੰਘ ਜਾਵੇ, ਸੇਮ ਹੀ ਇੱਥੇ ਘੁਮਾ ਕੇ ਪੁੱਛਿਆ ਹੋਇਆ ਥੋੜਾ ਜਿਹਾ, ਕਿ ਜਦੋਂ ਟਰੱਕ ਲੰਘ ਜਾਵੇ ਤੇ ਇੱਧਰ ਵਾਲਾ ਬੰਦਾ ਪੇਸ਼ਾ ਖਲੋਤਾ ਹੋਵੇ ਤੇ ਉਹ ਪਰਲੇ ਪਾਸੇ ਵਾਲੇ ਲੋਕ ਜਿਹੜੇ ਤੁਰ ਪੈਣ ਸੜਕ ਵੱਲ ਨੂੰ ਤੇ ਰਸਤਾ ਪਾਰ ਕਰਨਾ ਚਾਹਣ ਉਰਲੇ ਪਾਸੇ ਨੂੰ, ਇਹ ਵੀ ਹੋ ਸਕਦਾ, ਤੇ ਇਹ ਵੀ ਠੀਕ ਰਹੇਗਾ, ਤਿੰਨੋਂ ਹੀ ਠੀਕ ਆ। ਤੇ ਹੁਣ ਆਪਾਂ ਚੱਲਦੇ ਹਾਂ ਅੱਗੇ। worauf müssen Sie sich einstellen, ਇੱਥੇ ਤੁਹਾਨੂੰ ਕੀ ਇੱਥੇ ਇਸ ਕੰਡੀਸ਼ਨ ਵਿੱਚ, ਇਸ ਸਿਚੁਏਸ਼ਨ ਵਿੱਚ ਤੁਹਾਨੂੰ ਕੀ ਜਿਹੜਾ ਆ ਧਿਆਨ ਲੈਣਾ ਚਾਹੀਦਾ ਕਿ ਇੱਥੇ ਕੀ ਹੋ ਸਕਦਾ ਹੈ। auf Sichtbehinderungen, ਕਿ ਇੱਥੇ ਜਿਹੜਾ ਆ ਤੁਹਾਨੂੰ ਜਿਹੜੀ ਆ ਸਾਰਾ ਕੁਝ ਜ਼ਿਸ਼ਟ ਕਿਹੜਾ ਦਿਖਾਈ ਦੇਣਾ, ਅੱਗੇ ਕੁਛ ਸਾਰਾ ਕੁਛ ਜਿਹੜਾ ਆ ਉਹਦੇ ਵਿੱਚ ਰੁਕਾਵਟ ਆ ਸਕਦੀ ਆ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ। auf sich offene Fahrzeugtüren, ਹੋ ਸਕਦਾ ਹੈ ਕਿ ਇੱਥੇ ਤੁਸੀਂ ਜਾ ਰਹੇ ਹੋ ਤੇ ਯਕਦਮ ਕੋਈ ਗੱਡੀ ਦਾ ਦਰਵਾਜ਼ਾ ਖੋਲ ਦੇਵੇ ਅੰਦਰਲੇ ਪਾਸਿਓਂ, ਨਾ ਵੇਖੇ ਪਿੱਛੇ ਤੁਸੀਂ ਆ ਰਹੇ ਹੋ, ਇਹ ਵੀ ਹੋ ਸਕਦਾ ਹੈ। auf querende Personen, ਇਹ ਵੀ ਹੋ ਸਕਦਾ ਕਿ ਇੱਥੇ ਕੋਈ ਲੋਕ ਜਿਹੜੇ ਆ ਗਾਂ, ਤੁਸੀਂ ਦੇਖੋ ਇੱਥੇ ਨਹੀਂ ਗਾਂ ਜਾ ਕੇ ਜਾਂ ਇੱਥੇ ਹੀ ਕੋਈ ਜਿਹੜੇ ਨੇ ਲੋਕ ਜਿਹੜੇ ਨੇ ਇੱਧਰੋਂ ਉੱਧਰ ਜਾਂ ਉੱਧਰੋਂ ਇੱਧਰ ਨੂੰ ਜਾਂਦੇ ਹੋਣ, ਇਹ ਵੀ ਹੋ ਸਕਦਾ। ਠੀਕ ਹੈ ਜੀ, ਤੇ ਇਹ ਵੀ ਸਹੀ ਰਹੇਗਾ। womit sollten Sie rechnen, ਜਦੋਂ ਤੁਸੀਂ ਐਵੇਂ ਦੇ ਏਰੀਏ ਵਿੱਚ ਹੋ ਜਿੱਥੇ ਸੱਜੇ ਖੱਬੇ ਗੱਡੀਆਂ ਲੱਗੀਆਂ ਨੇ, ਰਿਹਾਇਸ਼ਾਂ ਨੇ ਸਾਰੇ ਪਾਸੇ, ਤੇ ਤੁਸੀਂ ਇੱਥੇ ਕੀ ਹਿਸਾਬ ਲਗਾਓਗੇ। das Erwachsene auf die Fahrbahn treten könnten, ਹੋ ਸਕਦਾ ਹੈ ਕਿ ਕੋਈ ਅਡਲਟ ਜਿਹੜਾ ਆ, ਐਰਵਾਕਸਨ ਜਿਹੜਾ ਹੁੰਦਾ ਆ, ਉਹ ਵੀ ਜਿਹੜਾ ਆ ਮੈਚੋਰ ਪਰਸਨ ਹੈ, ਉਹ ਵੀ ਜਿਹੜਾ ਸੜਕ ਤੇ ਉੱਥੇ ਯਕਦਮ ਆ ਸਕਦਾ ਹੈ। das Kinder zwischen den Fahrzeugen auftauchen könnten, ਹੋ ਸਕਦਾ ਬੱਚੇ ਖੇਡਦੇ ਹੋਣ ਤੇ ਗੱਡੀਆਂ ਪਿੱਛੇ ਲੋਕ ਲੁਕਣ ਮੀਟੀ ਖੇਡਦੇ ਹੋਣ ਜਾਂ ਕਿੱਦਾਂ, ਤੇ ਇਹ ਵੀ ਹੋ ਸਕਦਾ। ਤੇ das starkes Bremsen erforderlich werden kann, ਤੇ ਯਕਦਮ ਜਿਹੜੀ ਆਪਾਂ ਜਿਹਨੂੰ ਆਪਾਂ Gefahrbremsung ਕਹਿੰਦੇ ਆ, ਜਾਂ ਗੱਡੀ ਰੋਕ ਲੈਣੀ ਬ੍ਰੇਕ ਲਾ ਕੇ, ਸਾਨੂੰ ਉਹਦੀ ਲੋੜ ਪੈ ਜਾਵੇ, ਤੇ ਇਹ ਵੀ ਸਹੀ ਰਹੇਗਾ। warum sind ältere Fußgänger im Verkehr mehr gefährdet als jüngere? Sie reagieren oft langsamer und sind weniger beweglich, ਉੱਤੇ ਲਿਖਿਆ ਸੀ ਕਿ ਜਿਹੜੇ ਬਜ਼ੁਰਗ ਲੋਕ ਹੁੰਦੇ ਨੇ ਉਹਨਾਂ ਦਾ ਜ਼ਿਆਦਾ ਕਿਉਂ ਖਿਆਲ ਰੱਖਣਾ ਪੈਂਦਾ ਹੈ ਯੰਗ ਲੋਕਾਂ ਦੇ ਮੁਕਾਬਲੇ। ਥੱਲੇ ਪਹਿਲੇ 'ਚ ਲਿਖਿਆ ਕਿ ਉਹ ਜਿਹੜੇ ਬਜ਼ੁਰਗ ਹੁੰਦੇ ਨੇ ਉਹਨਾਂ ਦਾ ਰਿਐਕਟ ਜਿਹੜਾ ਹੁੰਦਾ ਆ, ਜਿਹੜੀ ਹਰਕਤ ਉਹਨਾਂ ਦੀ ਹੁੰਦੀ ਆ, ਉਹ ਬਹੁਤ ਸਲੋ ਹੁੰਦੀ ਆ, ਤੇ ਉਹ ਇੰਨੇ ਫੁਰਤੀ ਵੀ ਨਹੀਂ ਹੁੰਦੀ ਉਹਨਾਂ, ਕਿਉਂਕਿ ਬਜ਼ੁਰਗ ਹੋ ਜਾਂਦਾ ਸਰੀਰ, ਫਿਰ ਇੰਨੀ ਫੁਰਤੀ ਵੀ ਨਹੀਂ ਹੁੰਦੀ ਉਹਨਾਂ ਦੇ ਵਿੱਚ, ਇਹ ਠੀਕ ਆ। Sie schätzen die Geschwindigkeit von Fahrzeugen oft falsch ein, ਤੇ ਉਹ ਜਿਹੜਾ ਨਾ ਐਸਟੀਮੇਟ ਲਾਣਾ ਕਿ ਗੱਡੀ ਅੱਗੋਂ ਦੀ ਆ ਰਹੀ ਜਾਂ ਸਾਡੇ ਸੱਜਿਓਂ ਆ ਰਹੀ ਜਾਂ ਖੱਬਿਓਂ ਆ ਰਹੀ, ਉਹਦੀ ਜਿਹੜੀ ਸਪੀਡ ਵੀ ਜਿਹੜੀ ਆ ਉਹ ਜ਼ਿਆਦਾ ਕਰਕੇ ਆਫਟਨ ਜਿਹੜਾ ਆ ਇਹ ਗਲਤ ਆਈਡੀਆ ਲਾ ਲੈਂਦੇ ਨੇ ਕਿ ਉਹ ਕਿੰਨੀ ਸਪੀਡ 'ਤੇ ਹੋਏਗੀ। ਕਿਉਂਕਿ ਉਹਨਾਂ ਨੂੰ ਸੁਣੀਂਦਾ ਵੀ ਘੱਟ ਹੁੰਦਾ, ਜਿਹੜੀ ਬੁਰੀ ਅਵਸਥਾ ਹੁੰਦੀ ਹੈ ਉਹਦੇ ਵਿੱਚ ਸੁਣੀਂਦਾ ਵੀ ਘੱਟ ਹੈ ਬਜ਼ੁਰਗਾਂ ਨੂੰ, ਤੇ ਦਿਖਦਾ ਵੀ ਇੰਨਾ ਪ੍ਰੋਪਰ ਨਹੀਂ ਆ, ਤੇ ਇਸ ਕਰਕੇ ਉਹ ਗਲਤ ਅਨੁਮਾਨ ਵੀ ਲਾ ਲੈਂਦੇ ਆ। Sie sehen und hören oft schlechter, ਤੇ ਸੇਮ ਉਹੀ ਗੱਲ ਆ ਗਈ ਕਿ ਉਹਨਾਂ ਨੂੰ ਦਿਖਾਈ ਵੀ ਘੱਟ ਦਿੰਦਾ ਹੈ ਤੇ ਜ਼ਿਆਦਾ ਕਰਕੇ ਸੁਣੀਂਦਾ ਵੀ ਜਿਹੜਾ ਆ ਨਹੀਂ ਸਹੀ ਤਰੀਕੇ ਨਾਲ ਪ੍ਰੋਪਰ, ਇਹ ਵੀ ਸਹੀ ਰਹੇਗਾ। Womit müssen Sie in Wohnvierteln mit geringem Verkehr rechnen?
ਤੇ ਅੱਗੇ ਲਿਖਿਆ ਹੈ ਕਿ 10 alle Erwachsene sich verkehrgerecht verhalten. 10 spielende Kinder auf die Fahrbahn laufen. 10 Radfahrer unaufmerksam sind. ਠੀਕ ਹੈ ਜੀ। ਤੇ ਇੱਥੇ ਉੱਪਰ ਲਿਖਿਆ ਕਿ womit müssen sie in Wohnvierteln mit geringem Verkehr rechnen. ਕਿ ਤੁਸੀਂ ਜਿੱਥੇ Wohnviertel, ਜਿੱਦਾਂ ਆਪਾਂ Wohngebiet ਵੀ ਕਹਿ ਸਕਦੇ ਹਾਂ, ਜਿੱਥੇ ਵੱਡੇ ਸ਼ਹਿਰਾਂ ਦੇ ਵਿੱਚ Viertel ਕਹਿੰਦੇ ਹਾਂ ਆਪਾਂ, ਤੇ ਜਿਹੜੇ ਛੋਟੇ ਪਿੰਡ ਨੇ Wohngebiet ਕਹਿ ਲੈਂਦੇ ਆਪਾਂ, ਹੈ ਨਾ। ਤੇ ਜਿੱਥੇ ਰਿਹਾਇਸ਼ਾਂ ਨੇ ਤੇ ਗਲੀਆਂ ਵਿੱਚ ਕਹਿ ਲਈਏ ਆਪਾਂ, ਉੱਥੇ ਸਾਨੂੰ ਕੀ ਹਿਸਾਬ ਲਾਣਾ ਕਿ ਪਏਗਾ ਟ੍ਰੈਫਿਕ ਨੂੰ ਲੈ ਕੇ, ਕਿ ਜਿਹੜੇ ਪਹਿਲਾ ਆਨਸਰ ਲਿਖਿਆ ਸੀਗਾ 10 alle Erwachsene, ਜਿਹੜੇ ਸਾਰੇ ਜਿਹੜੇ ਮੈਚੋਰ ਬੰਦੇ ਆ 18 ਸਾਲ ਤੋਂ ਉੱਪਰ ਜਿੰਨੇ ਵੀ ਆ, ਜਿਹੜੇ ਉਹ ਬਿਲਕੁਲ ਸਹੀ ਮਤਲਬ ਟ੍ਰੈਫਿਕ ਦੇ ਰੂਲ ਦੇ ਹਿਸਾਬ ਨਾਲ ਚੱਲਦੇ ਨੇ। ਜੇ ਆਪਾਂ ਇਹ ਸਹੀ ਕਰਾਂਗੇ ਤੇ ਇਹ ਵੀ ਨਹੀਂ ਸਹੀ ਹੋਗਾ। ਬਹੁਤ ਸਾਰੇ ਮੇਰੇ ਵਰਗੇ ਵੀ ਹੈਗੇ ਜਿਹੜੇ ਗਲਤੀਆਂ ਕਰ ਲੈਂਦੇ ਆ, ਠੀਕ ਹੈ ਜੀ। ਤੇ ਇਸ ਕਰਕੇ ਆਪਾਂ ਇਹ ਨਹੀਂ ਸੋਚ ਸਕਦੇ ਕਿ ਹਰ ਬੰਦਾ ਹੁਣ ਬੱਚਿਆਂ ਨੂੰ ਛੱਡ ਕੇ ਜਿਹੜੇ ਐਵਾਕਸਨ ਨੇ, ਬੇਸ਼ੱਕ ਕਿਸੇ ਕੋਈ ਲਾਇਸੈਂਸ ਵੀ ਕੀਤਾ ਹੋਵੇ, ਕਈ ਵਾਰੀ ਉਹਦੇ ਕੋਲ ਵੀ ਗਲਤੀ ਹੋ ਸਕਦੀ ਹੈ। ਤੇ ਦੂਜੇ 'ਚ ਲਿਖਿਆ 10 spielende Kinder auf die Fahrbahn laufen, ਕਿ ਖੇਡਦੇ ਹੋਏ ਬੱਚੇ ਜਿਹੜੇ ਨੇ ਯਕਦਮ ਜਿਹੜਾ ਆ ਸੜਕ ਦੇ ਵਿਚਕਾਰ ਆ ਸਕਦੇ ਆ। 10 Radfahrer unaufmerksam sind, ਤੇ ਖਾਸ ਕਰਕੇ ਜਿਹੜੇ ਸਾਈਕਲ ਚਲਾ ਰਹੇ ਹੁੰਦੇ ਆ, ਉਹ ਜਿਹੜੇ ਨੇ unaufmerksam ਹੁੰਦੇ ਨੇ, ਉਹ ਅਣਗਹਿਲੀ ਕਰ ਜਾਂਦੇ ਨੇ, ਉਹਨਾਂ ਦਾ ਨੇ ਲਾਪਰਵਾਹੀ ਹੋ ਜਾਂਦੀ ਹੈ ਉਹਨਾਂ ਕੋਲ ਜ਼ਿਆਦਾ ਕਰਕੇ, ਜਿਹੜੇ ਸਾਈਕਲ ਚਲਾ ਰਹੇ ਨੇ ਪਿੰਡਾਂ ਦੇ ਵਿੱਚ, ਗਲੀਆਂ ਦੇ ਵਿੱਚ। ਤੇ ਇਹ ਚੀਜ਼ ਦਾ ਆਪਾਂ ਹਿਸਾਬ ਲਾ ਸਕਦੇ ਹਾਂ, ਤੇ ਇਹ ਵੀ ਠੀਕ ਰਹੇਗਾ। ਤੇ ਅੱਗੇ ਚੱਲਦੇ ਹਾਂ। mit welchem Verhalten muss bei Personen am Fußgängerüberweg gerechnet werden? ਤੇ ਇੱਥੇ ਕਹਿੰਦਾ ਕਿ mit welchem Verhalten, ਉਹ ਕਿਹੜੇ ਵਰਤਾਰੇ ਨਾਲ ਜਿਹੜਾ ਆ ਜਿਹੜੇ ਲੋਕ ਜਿਹੜਾ ਆ Fußgängerüberweg gerechnet werden, Fußgänger ਫੁੱਟਪਾਥ ਤੇ ਜਿਹੜਾ ਆ ਉਹਨਾਂ ਤੋਂ ਜਿਹੜਾ ਆ ਆਪਾਂ ਕਿਹੜਾ ਵਰਤਾਰੇ ਦੀ ਮਤਲਬ ਅਨੁਮਾਨ ਲਗਾ ਸਕਦੇ ਹਾਂ। Sie blicken weder nach links noch nach rechts, ਜਿਹੜੇ Fußgänger ਨੇ ਮਤਲਬ ਜਿਹੜੇ ਫੁੱਟਪਾਥ ਤੇ ਚੱਲ ਰਹੇ ਨੇ, ਉਹ ਕਈ ਵਾਰੀ ਸੱਜੇ ਖੱਬੇ ਨਹੀਂ ਦੇਖਦੇ, ਤੇ ਇਹ ਆਪਾਂ ਨੂੰ ਜਿਹੜਾ ਆ ਹਿਸਾਬ ਲਗਾਉਣਾ ਚਾਹੀਦਾ ਹੈ। Sie betreten unerwartet die Fahrbahn, ਤੇ ਉਹ ਯਕਦਮ ਹੀ ਜਿਹੜਾ ਆ ਸੜਕ ਦੇ ਵਿੱਚ ਆ ਜਾਂਦੇ ਆ, ਮਤਲਬ ਉਹੀ ਗੱਲ ਆ ਗਈ ਜਿਹਨੇ ਸੱਜਾ ਖੱਬਾ ਨਹੀਂ ਵੇਖਣਾ ਤੇ ਯਕਦਮ ਹੀ ਜਿਹੜਾ ਆ ਸੜਕ ਦੇ ਵਿੱਚ ਆ ਜਾਣਾ। Sie kehren manchmal auf halbem Weg um, ਤੇ ਹੋ ਸਕਦਾ ਹੈ ਕਿ ਉਹ ਸੜਕ ਦੇ ਵਿੱਚ ਆ ਜਾਣ ਤੇ ਅਜੇ ਪਾਰ ਕਰਨ ਦੀ ਬਜਾਏ ਰਾਹ ਦੇ ਵਿੱਚੋਂ ਵਾਪਸ ਨੂੰ ਮੁੜ ਜਾਣ, ਤੇ ਇਹ ਵੀ ਸਹੀ ਰਹੇਗਾ। Eine Fußgänger mit einem weißen Stock möchte vor ihnen die Fahrbahn überqueren. Wie müssen sie sich verhalten? ਕਿ ਇੱਕ Fußgänger, ਇੱਕ ਪੈਦਲ ਜਾ ਰਿਹਾ ਇਨਸਾਨ, ਬੰਦਾ, ਵਿਅਕਤੀ ਜਿਹੜਾ ਆ, ਉਹਨੇ ਹੱਥ ਵਿੱਚ ਜਿਹੜਾ ਆ ਇੱਕ ਚਿੱਟੇ ਰੰਗ ਦਾ ਡੰਡਾ, ਛੜੀ ਫੜੀ ਹੋਈ ਆ, ਖੁੰਡੀ ਫੜੀ ਹੋਈ ਆ, ਤੇ ਤੁਹਾਡੇ ਅੱਗਿਓਂ ਦੀ ਜਿਹੜਾ ਆ ਸੜਕ ਪਾਰ ਕਰਨੀ ਚਾਹੁੰਦਾ ਆ, ਤੇ ਤੁਹਾਨੂੰ ਇੱਥੇ ਜਿਹੜਾ ਆ ਕਿਸ ਹਿਸਾਬ ਨਾਲ ਤੁਹਾਡਾ ਵਰਤਾਰਾ ਕੀ ਹੋਏਗਾ, ਤੁਹਾਡਾ ਬਿਹੇਵੀਅਰ ਕੀ ਹੋਏਗਾ। Ich muss mit gleichbleibender Geschwindigkeit weiterfahren, ਮੈਂ ਜਿਹੜਾ ਆ ਜਿਵੇਂ ਮੈਂ ਜਾ ਰਿਹਾ ਉੱਦਾਂ ਹੀ ਉਨੀ ਸਪੀਡ ਤੇ ਮੈਂ ਅੱਗੇ ਜਾ ਸਕਦਾ ਨਹੀਂ। Ich muss die Geschwindigkeit vermindern und nötigenfalls anhalten, ਮੈਨੂੰ ਆਪਣੀ ਸਪੀਡ ਘਟਾ ਲੈਣੀ ਚਾਹੀਦੀ ਜੇ ਮੈਂ ਐਵੇਂ ਦਾ ਬੰਦਾ ਵੇਖਾਂ ਜਿਹਨੇ ਵਾਈਸ ਸਟੋਕ ਆਪਣੇ ਹੱਥ 'ਚ ਫੜਿਆ, ਵਾਈਸ ਕੁੰਡੀ ਹੱਥ 'ਚ ਫੜੀ ਆ, ਰਸਤਾ ਪਾਰ ਕਰਨਾ ਚਾਹੁੰਦਾ ਆ, ਤੇ ਸਪੀਡ ਘਟਾ ਲੈਣੀ ਚਾਹੀਦੀ ਹੈ, ਤੇ ਜੇ ਮੈਨੂੰ ਲੋੜ ਪਈ ਤੇ ਮੈਨੂੰ ਗੱਡੀ ਰੋਕਣੀ ਵੀ ਪੈ ਸਕਦੀ ਆ। Warnzeichen geben, ਕਿ ਮੈਂ ਉਹਨੂੰ ਜਿਹੜਾ Warnzeichen ਦੇ ਸਕਦਾ ਕਿ ਮੈਂ ਜੇ ਹੁਣ ਉੱਥੇ ਲਾਈਟਾਂ ਮਾਰੀ ਜਾਵਾਂਗਾ ਉਹਨੂੰ, ਜਾਂ ਮੈਂ ਹੌਰਨ ਮਾਰੀ ਜਾਵਾਂਗਾ, ਤੇ ਇਹ ਸਹੀ ਨਹੀਂ ਆ। ਇਹ ਵੀ ਹੋ ਗਿਆ। ਅੱਗੇ ਆ ਗਿਆ ਆਪਾਂ womit müssen sie rechnen, ਫਿਰ ਆਪਾਂ ਉੱਦਾਂ ਦੇ ਹੀ ਇੱਕ ਆ ਗਏ, ਤੇ ਇੱਥੇ ਹੁਣ ਦੇਖਦੇ ਹਾਂ ਕਿ ਕੀ ਪੁੱਛਿਆ ਗਿਆ। Das vor mir Fußgänger auf die Fahrbahn treten, ਪਹਿਲਾਂ ਉੱਥੇ ਲਿਖਿਆ ਸੀ ਕਿ Personen ਆ ਸਕਦੇ ਨੇ, ਇੱਥੇ Fußgänger ਲਿਖਿਆ। ਗੱਲ ਉਹੀ ਹੈ, ਘੁਮਾ ਕੇ ਪੁੱਛੀ ਹੋਈ ਹੈ ਕਿ ਯਕਦਮ ਕੋਈ ਲੋਕ ਜਿਹੜਾ ਹੈ ਸਾਡੇ ਸਾਹਮਣੇ ਆ ਸਕਦੇ ਗੱਡੀਆਂ ਦੇ, ਇੱਧਰੋਂ ਨਿਕਲ ਕੇ ਜਾਂ ਉੱਧਰੋਂ ਨਿਕਲ ਕੇ। Dass die Kinder plötzlich zwischen den Fahrzeugen auftauchen, ਤੇ ਉਹੀ ਸੇਮ ਦੁਬਾਰਾ ਪੁੱਛਿਆ ਘੁਮਾ ਕੇ ਇਹਦੇ 'ਚ ਵੀ, ਕਿ ਯਕਦਮ ਜਿਹੜਾ ਬੱਚੇ plötzlich ਹੁੰਦਾ, ਯਕਦਮ ਬੱਚੇ ਜਿਹੜੇ ਆ ਗੱਡੀਆਂ ਦੇ ਵਿਚਕਾਰੋਂ ਨਿਕਲ ਸਕਦੇ ਆ। Das Fußgänger werden
ਬਿਸ ਇਸ਼ ਬਾਈ ਗਫਾਨ ਬਿਨ। ਤੇ ਇੱਥੇ ਕਹਿੰਦਾ ਜਿਹੜੇ ਫੁਸਗੈਂਗਰ ਨੇ ਉਹ ਵੇਟ ਕਰਨਗੇ ਜਦੋਂ ਤੱਕ ਮੈਂ ਇੱਥੋਂ ਲੰਘ ਨਹੀਂ ਜਾਂਦਾ। ਸੇਮ ਪਹਿਲਾਂ ਵਾਲੇ ਸਵਾਲ ਥੋੜ੍ਹੇ ਚਿਰ ਪਹਿਲਾਂ ਲੰਘ ਕੇ ਗਿਆ ਉੱਦਾਂ ਦਾ ਇਹ ਥੋੜ੍ਹਾ ਜਿਹਾ ਘੁਮਾ ਕੇ ਪੁੱਛਿਆ ਹੋਇਆ। ਜਿਹੜੇ ਇੱਥੇ ਪੈਦਲ ਜਾ ਰਹੇ ਲੋਕ ਨੇ ਉਹ ਵੇਟ ਕਰਨਗੇ ਜਦੋਂ ਤੱਕ ਮੈਂ ਲੰਘ ਨਹੀਂ ਜਾਂਦਾ। ਇਹ ਨਹੀਂ ਮੈਂ ਇੱਥੇ ਸੋਚ ਸਕਦਾ। ਇਹ ਮੈਨੂੰ ਹੀ ਖਿਆਲ ਰੱਖਣਾ ਪੈਣਾ ਕਿ ਯਕਦਮ ਮੇਰੇ ਸਾਹਮਣੇ ਬੱਚੇ ਆ ਸਕਦੇ ਨੇ ਜਾਂ ਯਕਦਮ ਮੇਰੇ ਸਾਹਮਣੇ ਜਿਹੜੇ ਆ ਫੁਸਗੈਂਗਰ ਆ ਸਕਦੇ ਆ, ਜਿਹੜੇ ਪੈਦਲ ਫੁਸਗੈਂਗਰ ਹੁੰਦੇ ਜਿਹੜੇ ਪੈਦਲ ਜਾ ਰਹੇ ਆ। ਪਹਿਲਾਂ ਪਿਛਲੇ ਸਵਾਲ 'ਚ ਪੈਜ਼ੋਨ ਲਿਖਿਆ ਸੀਗਾ ਨਾ, ਇਹਦੇ 'ਚ ਹੁਣ ਇਹ ਲਿਖਿਆ। ਚਲੋ ਆ ਗਿਆ, ਇਹ ਵੀ ਹੋ ਗਿਆ। ਉਸ ਤੋਂ ਬਾਅਦ ਆਪਾਂ ਅੱਗੇ ਚੱਲੇ। ਵੋ ਮਿਤ ਮੁਸਨਜ਼ੀ ਰੈਸ਼ਨਨ। ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਇੱਕ ਇੱਧਰਲੇ ਪਾਸੇ ਗੱਡੀ ਆ ਤੇ ਤੁਹਾਡੇ ਸਾਹਮਣੇ ਉਹ ਸਾਈਕਲਾਂ ਤੇ ਵੀ ਜਾ ਰਿਹਾ ਬੰਦੇ। ਅੱਗੇ ਇੱਕ ਗੱਡੀ ਜਿਹੜੀ ਆ ਉਹ ਬਾਹਰ ਨਿਕਲਣ ਲੱਗੀ ਆ, ਠੀਕ ਆ ਜੀ। ਅੱਗੋਂ ਵੀ ਇੱਕ ਕੋਈ ਆ ਰਿਹਾ ਸਾਈਕਲ ਤੇ, ਠੀਕ ਆ ਜੀ। ਇੱਦਾਂ ਦੀ ਸਿਚੁਏਸ਼ਨ ਹੈ ਇੱਥੇ। ਤੇ ਇੱਥੇ ਕੀ ਹਿਸਾਬ ਲਾਵਾਂਗੇ ਆਪਾਂ। Das Fußgänger plötzlich auf die Fahrbahn treten। ਇੱਧਰ ਵੇਖੋ, ਇਹ ਗੱਡੀ ਦੇ ਚਿੱਟੀ ਜਿਹੜੀ ਜੀਪ ਜੀ ਆ ਸਾਹਮਣੇ, ਇਹਦੇ ਇੱਕ ਬੰਦਾ ਖਲੋਤਾ ਆ ਤੇ ਉਹ ਫੁਸਗੈਂਗਰ ਹੀ ਹੋ ਗਿਆ। ਤੇ ਉਹ ਯਕਦਮ ਸਾਡੀ ਫਾਹਬਾਨ ਸਾਡੀ ਜਿਹੜੀ ਸੜਕ ਦੇ ਵਿੱਚ ਆ ਸਕਦਾ ਆ। 10 Fahrzeugtür geöffnet werden। ਤੇ ਹੋ ਸਕਦਾ ਆ ਇੱਧਰਲੇ ਪਾਸੋਂ ਗੱਡੀ ਦਾ ਕੋਈ ਦਰਵਾਜ਼ਾ ਖੋਲ੍ਹ ਦੇਵੇ ਯਕਦਮ, ਜਾਂ ਗਾਂਹ ਜਾ ਕੇ ਕੋਈ ਗੱਡੀ ਦਾ ਦਰਵਾਜ਼ਾ ਖੋਲ੍ਹ ਦੇਵੇ, ਕਿਉਂਕਿ ਗੱਡੀਆਂ ਖਲੋਤੀਆਂ ਦੋਵਾਂ ਪਾਸੇ। ਸਾਨੂੰ ਇਹ ਵੀ ਹਿਸਾਬ ਰੱਖ ਕੇ ਰੱਖਣਾ ਚਾਹੀਦਾ ਤੇ ਸਾਡੀ ਸਪੀਡ ਉਨੀ ਕੁ ਹੋਣੀ ਚਾਹੀਦੀ ਇੱਥੇ। ਤੇ 10 Fahrzeug anfahren। ਤੇ ਆ ਤੁਸੀਂ ਦੇਖ ਰਹੇ ਹੋ ਕਿ ਉਹ ਅੱਗੋਂ ਗੱਡੀ ਵੀ ਚੜੀ ਆ। ਖਾਸ ਹੋਏਗੇ ਅਨਫਾਰਨ। ਹੋ ਸਕਦਾ ਇੱਥੋਂ ਕੋਈ ਗੱਡੀਆਂ ਜਿਹੜੀਆਂ ਨੇ ਨਿਕਲਣ ਵੀ ਲੱਗੀਆਂ ਹੋਣ, ਤੇ ਉਹ ਵੀ ਠੀਕ ਆ, ਸਾਰੇ ਠੀਕ ਰਹਿਣਗੇ ਇੱਥੇ। ਵੀ schätzen Sie die Situation ein। ਇੱਥੇ ਜਿਹੜੀ ਸਿਚੁਏਸ਼ਨ ਆ ਉਹਦਾ ਤੁਸੀਂ ਕੀ ਆਈਡੀਆ ਲਾਓਗੇ, ਠੀਕ ਆ ਜੀ, ਕੀ ਐਸਟੀਮੇਟ ਲਾਓਗੇ। schätzen ਹੁੰਦਾ ਇੱਕ ਐਸਟੀਮੇਟ ਲਾਣਾ। ਤੇ ਤੁਹਾਡੇ ਸਾਹਮਣੇ ਇੱਕ ਗੱਡੀ ਜਾ ਰਹੀ ਆ ਤੇ ਇੱਧਰ ਇੱਕ ਉਹ ਬੰਦੇ ਦੀ ਸ਼ਾਇਦ ਕੋਈ ਮੋਟਰਸਾਈਕਲ ਆ ਖ਼ਰਾਬ ਹੋ ਗਈ ਆ, ਤਾਂ ਪੈਦਲ ਲੈ ਕੇ ਜਾ ਰਿਹਾ ਆ। ਇੱਧਰ ਕੋਈ ਖਲੋਤੀ ਆ ਜਨਾਨੀ, ਠੀਕ ਹੈ ਜੀ। ਤੇ ਤੁਹਾਡੇ ਸਾਹਮਣੇ ਇੱਧਰ ਇੱਕ ਗੱਡੀ ਜਿਹੜੀ ਹੈ ਚਿੱਟੀ, ਉਹਦੀ ਵੀ ਕੋਈ ਲਾਈਟ ਸ਼ਾਇਦ ਇਸ਼ਾਰਾ ਹੀ ਚੱਲਦਾ ਹੋਵੇ। ਤੇ ਦੇਖਦੇ ਹਾਂ ਆਪਾਂ ਅੱਗੇ ਜਵਾਬ ਪੜ੍ਹ ਕੇ ਤੇ ਉਹਦੇ ਹਿਸਾਬ ਨਾਲ ਜਵਾਬ ਦਿੰਦੇ ਹਾਂ। Ich kann unvermindert weiterfahren। ਕਿ ਮੈਨੂੰ ਕੋਈ ਲੋੜ ਨਹੀਂ ਹੈ ਡਰਨ ਦੀ, ਮੈਂ ਜਿਵੇਂ ਜਾ ਰਿਹਾ 30 ਦੀ ਸਪੀਡ ਤੇ ਉੱਦਾਂ ਹੀ ਜਾਂ 20 ਦੀ ਸਪੀਡ ਤੇ ਜਾ ਸਕਦਾ ਹਾਂ। ਤੇ ਇਹ ਸਹੀ ਨਹੀਂ ਰਹੇਗਾ। Die Fußgängerin kann unachtsam die Fahrbahn betreten। ਜਿਹੜੀ ਇੱਧਰ ਵਾਲੀ ਜਨਾਨੀ ਆ ਜਾਂ ਕੋਈ ਹੋਰ ਵੀ ਕਹਿ ਰਹੀ ਆਪਾਂ ਐਵੇਂ ਦੀ ਸਿਚੁਏਸ਼ਨ ਵਿੱਚ ਧਿਆਨ ਨਾ ਦੇਵੇ ਤੇ ਹੋ ਸਕਦਾ ਹੈ ਯਕਦਮ ਸਾਡੀ ਗੱਡੀ ਦੇ ਸਾਹਮਣੇ ਆ ਜਾਵੇ। ਇਹ ਸਹੀ ਹੈ। Der Fußgänger mit dem Mofa kann plötzlich die Richtung ändern। ਹੋ ਸਕਦਾ ਉਹ ਜਿਹੜਾ ਖਿੱਚ ਕੇ ਜਾ ਰਿਹਾ, ਉਹਦਾ ਜਿਹੜਾ ਬਾਈਕ ਖਰਾਬ ਹੋ ਗਈ ਤੇ ਧੂ ਕੇ ਜਾ ਰਿਹਾ ਤੇ ਅੱਕ ਜਾਂਦਾ ਕਈ ਵਾਰੀ ਬੰਦਾ, ਯਾਰ ਮੈਂ ਖਿੱਚ ਕੇ ਜਾਣੇ, ਯਕਦਮ ਆਪਣਾ ਮਾਈਂਡ ਚੇਂਜ ਕਰ ਲੇ ਤੇ ਹੋ ਸਕਦਾ ਉਹ ਕਰੇ ਕਿ ਯਾਰ ਮੈਂ ਜਾਂ ਵਾਪਸ ਮੁੜ ਜਾਂਦਾ ਵਾਂ ਜਾਂ ਮੈਂ ਇੱਧਰ ਨੂੰ ਮੁੜ ਜਾਂਦਾ ਯਕਦਮ। ਤੇ ਕੁਛ ਵੀ ਉਹ ਜਿਹੜਾ ਆਪਣੀ ਡਾਇਰੈਕਸ਼ਨ ਨੂੰ ਚੇਂਜ ਕਰ ਸਕਦਾ ਹੈ, ਇਸ ਕਰਕੇ ਇਹ ਵੀ ਹੋ ਸਕਦਾ ਹੈ। ਅੱਗੇ ਆ ਗਏ ਆਪਾਂ। Eine Person am Straßenrand trägt einen gelben Armbinder mit 3 schwarzen Punkten। Worauf weist dieses Armbinder hin। ਕਿ ਤੁਹਾਡੇ ਸਾਹਮਣੇ ਸੜਕ ਦੇ ਕਿਨਾਰੇ ਤੇ ਇੱਕ ਬੰਦਾ ਆ ਜਿਹਨੇ ਆਪਣੇ ਇੱਕ ਬ੍ਰੈਸਲੇਟ ਪਾਇਆ ਹੋਇਆ ਆ ਰਿਸਟ ਤੇ, ਆਪਣੀ ਕਲਾਈ ਤੇ, ਜਿਹਦੇ ਵਿੱਚ ਯੈਲੋ ਰੰਗ ਦਾ ਆ, ਪੀਲੇ ਰੰਗ ਦਾ, ਜਿਹਦੇ ਵਿੱਚ 3 ਪੁੰਗਟੇ ਆ, ਜਿਹਦੇ ਵਿੱਚ 3 ਕਾਲੇ ਰੰਗ ਦੇ ਨਿਸ਼ਾਨ ਬਣੇ ਹੋਏ ਆ, ਪੁੰਗਟੇ ਆ। ਤੇ ਸਾਨੂੰ ਇਹਦੇ ਤੋਂ ਕੀ ਸਮਝਣਾ ਚਾਹੀਦਾ। Auf eine besondere Verhaltenspflicht gegenüber dieser Person। ਕਿ ਸਾਨੂੰ ਇਸ ਬੰਦੇ ਲਈ ਖਾਸ ਕਰਕੇ ਜਿਹੜਾ ਆ ਸਾਡਾ ਵਰਤਾਰਾ ਵਧੀਆ ਹੋਣਾ ਚਾਹੀਦਾ ਆ, ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਵਾਸਤੇ ਸਾਡਾ ਵਰਤਾਰਾ ਵਧੀਆ ਹੋਣਾ ਚਾਹੀਦਾ, ਸਾਨੂੰ ਸਮਝਣਾ ਚਾਹੀਦਾ ਉਹ ਕਿਉਂ, ਅੱਗੇ ਇਹਦਾ ਵੀ ਜਵਾਬ ਲਿਖਿਆ ਹੋਏਗਾ। Auf eine behinderte Person। ਤੇ ਉਹ ਜਿਹੜਾ ਬੰਦਾ ਸੀਗਾ, ਜਿਹੜਾ ਉਹਨੇ ਕਲਾਈ ਤੇ ਉੱਪਰ ਇੱਕ ਬ੍ਰੈਸਲੇਟ ਪਾਇਆ ਹੋਇਆ ਆ, 3 ਉਹਦੇ ਤੇ ਪੁਆਇੰਟ ਆ ਬਲੈਕ ਰੰਗ ਦੇ, ਉਹਦਾ ਮਤਲਬ ਆ ਕਿ ਉਹ ਵਿਚਾਰਾ ਬਹਿੰਡਰਟ ਆ, ਉਹਨੂੰ ਕੋਈ ਹੋ ਸਕਦਾ ਹੈਂਡੀਕੈਪ ਬੰਦਾ ਆ। ਤੇ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਉਹਦੇ ਲਈ ਖਾਸ ਕਰਕੇ ਆਪਾਂ ਜਿਹੜਾ ਆ ਸਪੈਸ਼ਲੀ ਜਿਹੜਾ ਆ ਉਹਦੇ ਕੋਲ ਜੇ ਲੰਘੀਏ ਜਾਂ ਉਹਨੂੰ ਹੈਲਪ ਦੀ ਲੋੜ ਹੋਵੇ ਕਿਸੇ ਵੀ ਤਰੀਕੇ ਨਾਲ, ਖਾਸ ਕਰਕੇ ਉਹਦਾ ਜਿਹੜਾ ਆ ਖਿਆਲ ਰੱਖਿਆ ਜਾਵੇ। ਤੇ ਜੇ ਉਹ ਲੰਘਣਾ ਚਾਹੁੰਦਾ ਹੋਵੇ ਤਾਂ ਆਪਾਂ ਉਹਨੂੰ ਪਹਿਲਾਂ ਲੰਘਣ ਦੇਈਏ ਜਾਂ ਉਹਦੀ ਹੈਲਪ ਕਰੀਏ ਖਲੋ ਕੇ ਗੱਡੀ ਖਿਲਾਰ ਕੇ ਜਾਂ ਕਿੱਦਾਂ, ਤੇ ਇਹ ਵੀ ਸਹੀ ਰਹੇਗਾ। ਅੱਗੇ ਆ ਗਿਆ ਆਪਾਂ। Bitte starte das Video dich mit der Situation vertraut zu machen।
ਤੇ ਆਪਾਂ ਚਲਾ ਲੈਂਦੇ ਹਾਂ ਵੀਡੀਓ। ਤੁਸੀਂ ਵੀਡੀਓ ਨੂੰ ਮੈਂ ਇੱਕ ਵਾਰੀ ਚਲਾਵਾਂਗਾ ਇੱਥੇ, ਤੁਸੀਂ ਵੀਡੀਓ ਨੂੰ ਅੱਗੇ ਪਿੱਛੇ ਕਰਕੇ ਦੇਖ ਸਕਦੇ ਹੋ, ਠੀਕ ਹੈ ਜੀ। ਆਹ ਦੇਖੋ ਬੱਚਿਆਂ ਨੇ ਸੜਕ ਭੱਜ ਕੇ ਪਾਰ ਕੀਤੀ ਆ। ਆਹ ਦੇਖੋ ਇੱਧਰ ਇੱਕ ਹੋਰ ਬੱਚਾ ਨਿਕਲਿਆ ਤੇ ਆੜੀ ਇੱਧਰ ਲਾਈਟ ਸਕਾਈ ਬਲੂ ਜੀ ਗੱਡੀ ਆ, ਇਹਦੇ ਸਾਹਮਣੇ ਉਹ ਆ ਗਿਆ, ਹੋ ਸਕਦਾ ਉਹਨੇ ਮੈਨੂੰ ਸੜਕ ਪਾਰ ਕਰਨੀ ਆ। ਇਹੀ ਚੀਜ਼ ਪੁੱਛਦੇ ਆ ਉਹ, ਤੇ ਆਪਾਂ ਹੁਣ ਇਹਦਾ ਜਵਾਬ ਦਿੰਦੇ ਆ ਪਹਿਲਾਂ, ਠੀਕ ਹੈ ਜੀ। ਤੇ ਅੱਗੇ ਚਲੇ ਜਾਂਦੇ ਆ। Warum müssen Sie hier die Geschwindigkeit verringern? verringern ਵੀ ਘਟਾਉਣਾ ਹੀ ਹੁੰਦਾ ਆ, ਤੇ ਕਿ ਤੁਹਾਨੂੰ ਇੱਥੇ ਕਿਉਂ ਜਿਹੜਾ ਹੈ ਸਪੀਡ ਘਟਾਉਣ ਦੀ ਲੋੜ ਆ। ਤੇ wegen des Geländewagens, Geländewagen ਹੁੰਦੀਆਂ ਜਿਹੜੀਆਂ SUV ਗੱਡੀਆਂ ਹੁੰਦੀਆਂ, ਜਿਵੇਂ ਜੀਪ ਮਾਡਲ ਜਿਹੜੀਆਂ ਨੇ, ਉਹਨਾਂ ਨੂੰ ਆਪਾਂ Geländewagen ਕਹਿ ਦਿੰਦੇ ਆ। ਇੱਧਰ ਜਿਹੜੀ ਜੀਪ ਆ ਰਹੀ ਹੈ ਕਿ ਉਹਦੇ ਕਰਕੇ ਸਾਨੂੰ ਜਿਹੜਾ ਆ ਸਪੀਡ ਘਟਾਉਣੀ ਪਏਗੀ? ਨਹੀਂ। wegen des Kind, ਉਹਦੇ ਕਰਕੇ ਕਿ ਬੱਚੇ ਕਰਕੇ? ਹਾਂ ਬਿਲਕੁਲ, ਕਿਉਂਕਿ ਉਹ ਬੱਚਾ ਦਿਖ ਗਿਆ ਸੀ ਸਾਨੂੰ ਜਿਹੜਾ ਇਹ ਸਕਾਈ ਬਲੂ ਗੱਡੀ ਦੇ ਜਿਹੜੀ ਰਾਈਟ ਸਾਈਡ ਤੇ ਪਾਰਕ ਖੜੀ ਆ ਉਹਦੇ ਅੱਗੇ ਆ ਗਿਆ ਹੋਇਆ, ਤੇ ਹੁਣ ਉਹਨੇ ਹੋ ਸਕਦਾ ਭੱਜ ਕੇ ਸੜਕ ਪਾਰ ਕਰਨੀ ਹੋਵੇ। ਤੇ wegen des Motorrad ਜਿਹੜੀ ਪਿੱਛੇ ਲੰਘ ਗਈ ਆ, ਨਹੀਂ ਉਹ ਵੀ ਨਹੀਂ ਆ, ਸਿਰਫ ਉਹ ਬੱਚੇ ਕਰਕੇ, ਠੀਕ ਹੈ ਜੀ। ਇਹ ਵੀ ਹੋ ਗਿਆ। ਹੁਣ ਆਪਾਂ ਆ ਗਏ ਅੱਗੇ। Womit müssen Sie rechnen, wenn Fußgänger die Fahrbahn überqueren? ਜਦੋਂ ਪੈਦਲ ਜਾ ਰਹੇ ਲੋਕ, ਉਹਨਾਂ ਨੇ ਜਦੋਂ ਸੜਕ ਪਾਰ ਕਰਨੀ ਹੋਵੇ ਤੇ ਤੁਸੀਂ ਉੱਥੇ ਕੀ ਹਿਸਾਬ ਲਾਓਗੇ? ਤੇ Fußgänger können auf halbem Weg wieder umkehren। ਦੇਖੋ ਦੁਬਾਰਾ ਘੁੰਮ ਕੇ ਸਵਾਲ ਆਈ ਜਾਂਦੇ ਆ, ਠੀਕ ਹੈ ਜੀ। ਕਿ Fußgänger ਜਿਹੜੇ ਨੇ ਅੱਧੇ ਰਸਤੇ ਵਿੱਚੋਂ ਵਾਪਸ ਨੂੰ ਵੀ ਮੁੜ ਸਕਦੇ ਨੇ। ਇਹ ਨਹੀਂ ਕਿ ਹੁਣ ਆਪਾਂ ਦੇਖ ਲਿਆ ਕਿ ਉਹ ਬੰਦਾ ਯਾਰ ਅੱਧੀ ਸੜਕ ਤੇ ਆ ਗਿਆ ਤੇ ਹੁਣ ਮੈਂ ਇੱਧਰੋਂ ਦੀ ਕੱਢ ਲਵਾਂ ਗੱਡੀ। ਇਹ ਸੋਚ ਕੇ ਰੱਖੋ ਕਿ ਉਹਨੂੰ ਪੂਰਾ ਲੰਘ ਹੀ ਲੈਣ, ਤੇ ਹੋ ਸਕਦਾ ਉਹ ਵਾਪਸ ਨਾ ਆ ਜਾਏ ਸਾਡੀ ਗੱਡੀ ਵਾਲੇ ਪਾਸੇ ਨੂੰ। Fußgänger können unachtsam sein, ਤੇ ਜਿਹੜੇ Fußgänger ਹੁੰਦੇ ਆ ਉਹ ਹੋ ਸਕਦਾ ਹੈ ਉਹ unachtsam ਮਤਲਬ ਉਹ ਧਿਆਨ ਨਾ ਦੇਣ ਸਾਡੇ ਵਾਲੇ ਪਾਸੇ ਨੂੰ। ਤੇ ਤੀਜਾ ਲਿਖਿਆ ਹੋਇਆ ਆ plötzlich stehen bleiben, ਤੇ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਝਾਕਾ ਪੈ ਜਾਵੇ ਤੇ ਯਕਦਮ ਉਹ ਸੜਕ ਦੇ ਵਿੱਚੋਂ ਵਿੱਚ ਜਿਹੜਾ ਹੈ ਖਲੋ ਜਾਣ, ਇਹ ਵੀ ਹੋ ਸਕਦਾ ਹੈ, ਇਹ ਵੀ ਠੀਕ ਰਹੇਗਾ। Wo müssen Sie besonders mit starker Fahrbahnverschmutzung und Rutschgefahr rechnen? ਤੁਹਾਨੂੰ ਖਾਸ ਕਰਕੇ ਕਿੱਥੇ ਜਿਹੜਾ ਆ ਜਿਵੇਂ ਫੈਸ਼ਮੁੱਚ ਲਿਬੜੀਆਂ ਸੜਕਾਂ, ਕਿਹੜੀ ਉਹ ਏਰੀਆ ਹੋਣਗੇ ਜਿੱਥੇ ਤੁਹਾਨੂੰ ਲੱਗੇਗਾ ਇੱਥੇ ਜਿਹੜੀ ਆ ਸੜਕ ਲਿਬੜੀ ਹੋ ਸਕਦੀ ਆ ਚਿੱਕੜ ਨਾਲ ਜਾਂ ਕਿੱਦਾਂ, ਤੇ ਜਿੱਥੇ ਗੱਡੀ ਜਿਹੜੀ ਆ ਤਿਲਕ ਸਕਦੀ ਆ, ਸਲਿੱਪ ਕਰ ਸਕਦੀ ਆ। Fahrbahn Verschmutzungen, ਜਿੱਥੇ ਚਿੱਕੜ ਪਿਆ ਹੋਵੇ ਸੜਕ ਦੇ ਉੱਪਰ, ਉਹ ਕਿਹੜੀ ਏਰੀਆ ਹੋਣਗੇ, ਕਿੱਥੇ ਹੋਣਗੇ? ਥੱਲੇ ਆਨਸਰ ਲਿਖਿਆ ਹੋਣਾ ਉਹਦਾ। An Einmündungen von Feldwegen, ਜਿਹੜੇ Einmündung ਕਹਿੰਦੇ ਨੇ ਜਿੱਥੋਂ ਕੋਈ ਸੜਕ ਨਿਕਲਦੀ ਆ ਕਿਸੇ ਦੂਸਰੀ ਸੜਕ ਨੂੰ, ਉਹਦੀ ਉਹ Einmündung ਹੁੰਦੀ ਆ। ਜਿੱਦਾਂ ਹੁਣ ਇਹ ਕਹਿੰਦਾ ਕਿ Einmündungen ਜਿਹੜੇ ਉਹ ਰਸਤੇ ਜਿਵੇਂ ਫੈਲ ਜਿਹੜੇ ਖੇਤਾਂ ਚੋਂ ਨਿਕਲਦੇ ਹੋਣ ਤੇ ਮੇਨ ਸੜਕ ਤੇ ਲਿੰਕ ਰੋਡ ਤੇ ਚੜ੍ਹਦੇ ਹੋਣ, ਜਾਂ ਨਾ ਪਿੰਡ ਵਾਲੀ ਕਿਸੇ ਸੜਕ ਤੇ ਚੜ੍ਹਦੇ ਹੋਣ, ਤੇ ਖੇਤਾਂ ਵਿੱਚੋਂ ਜਿਹੜੇ ਰਸਤੇ ਨਿਕਲਦੇ ਆ, ਖਾਸ ਕਰਕੇ ਉੱਥੇ ਕਿਵੇਂ ਟਰੈਕਟਰ ਖੇਤ ਚੋਂ ਨਿਕਲਦਾ ਆ ਤੇ ਉਹਦੇ ਟਾਇਰ ਜਿਹੜੇ ਆ ਚਿੱਕੜ ਨਾਲ ਨਿਬੜੇ ਹੁੰਦੇ ਆ, ਤੇ ਉਹ ਚਿੱਕੜ ਜਿਹੜਾ ਆ ਸੜਕ ਤੇ ਰਹਿ ਜਾਂਦਾ ਆ, ਤੇ ਉੱਥੇ ਚਿੱਕੜ ਦੇ ਉੱਪਰ ਜੇ ਸਾਨੂੰ ਬ੍ਰੇਕ ਲਾਣੀ ਪਏ ਤੇ ਸਾਡੀ ਗੱਡੀ ਜਿਹੜੀ ਆ ਤਿਲਕ ਸਕਦੀ ਆ, ਠੀਕ ਆ ਜੀ। ਖਾਸ ਕਰਕੇ ਫੈਲਡਵੇਗਨ ਜਿਹੜੀਆਂ ਹੁੰਦੀਆਂ ਜਿੱਥੋਂ ਰਸਤੇ ਨਿਕਲਦੇ ਉੱਥੇ। An innerstädtischen Kreuzungen, ਕਿ ਦੂਜੇ 'ਚ ਲਿਖਿਆ ਕਿ ਸ਼ਹਿਰ ਦੇ ਵਿੱਚ ਜਿਹੜੇ ਚੁਰਾਹੇ ਹੁੰਦੇ ਨੇ ਉੱਥੇ ਥੋੜਾ ਚਿੱਕੜ ਹੁੰਦਾ। ਤੇ ਅੱਗੇ ਆ ਗਏ Anbaustellen, ਤੇ ਜਿੱਥੇ ਕੰਸਟਰਕਸ਼ਨ ਦਾ ਕੰਮ ਚੱਲਦਾ ਹੋਵੇ ਉੱਥੇ ਵੀ ਹੋ ਸਕਦਾ, ਠੀਕ ਹੈ ਜੀ, ਇਹ ਵੀ ਸਹੀ ਰਹੇਗਾ। ਅੱਗੇ ਆ ਗਏ ਆਪਾਂ Warum müssen Sie bei Nässe eine erhebliche größeren Sicherheitsabstand einhalten als bei trockener Fahrbahn? ਕਹਿੰਦਾ ਕਿ ਕਿਉਂ ਤੁਹਾਨੂੰ ਖਾਸ ਕਰਕੇ ਜਦੋਂ ਸਲਾਬ ਪਈ ਹੁੰਦੀ ਹੈ, ਬੱਦਲ ਪਿਆ ਹੋਵੇ, ਜਾਂ ਇੱਦਾਂ ਦੇ ਹਾਲਾਤਾਂ ਵਿੱਚ ਜਦੋਂ ਸਲਾਬ ਹੋਵੇ, ਬੱਦਲ ਹੋਵੇ, ਗਿੱਲਾ ਹੋਵੇ ਸਾਰਾ ਸੜਕਾਂ ਸਾਰਾ ਪਾਸਾ, ਕਿਉਂ ਤੁਹਾਨੂੰ ਜਿਹੜਾ ਆ ਗਰੋਸ ਜਿਹੜਾ ਆ ਆਪਸਟੈਂਡ ਰੱਖਣਾ ਚਾਹੀਦਾ ਆ ਅਗਲੀ ਗੱਡੀ ਦੇ ਆਪਣੇ ਦਰਮਿਆਨ, ਜਿਹੜਾ ਕਿ ਸਾਨੂੰ ਜਿਹੜਾ ਆ ਸੁੱਕੀ ਸੜਕ ਦੇ ਮੁਕਾਬਲੇ ਜਦੋਂ ਡਰਾਈ ਵੈਦਰ ਹੁੰਦਾ ਆ ਉਦੋਂ ਸਾਨੂੰ ਉਹ ਜਿਹੜਾ ਇੰਨਾ ਲੰਮਾ ਜਿਹੜਾ ਨਹੀਂ ਲੋੜ ਆਪਸਟੈਂਡ ਰੱਖਣ ਦੀ। ਮੰਨ ਲਓ ਜੇ ਹੁਣ ਆਪਾਂ ਸਲਾਬਾ ਵੇਖ ਰਹੇ ਹਾਂ ਜੰਗਲ ਦੇ ਵਿੱਚ, ਬੱਦਲ ਪਿਆ ਹੋਇਆ ਆ, ਤੇ ਉੱਥੇ ਸਾਨੂੰ ਜਿਹੜਾ ਆ ਅਗਲੀ ਗੱਡੀ ਦੇ ਦੌਰਾਨ ਜੇ ਆਪਾਂ
ਜ਼ਿਆਦਾ ਰਵਾਂਗੇ 50 ਮੀਟਰ 70 ਮੀਟਰ ਦੂਰ ਰਵਾਂਗੇ ਤੇ ਵਧੀਆ ਰਵਾਂਗੇ। ਤੇ ਜੇ ਸੁੱਕੀ ਸੜਕ ਆ, ਡਰਾਈ ਵੈਦਰ ਆ, ਜਿਵੇਂ ਅੱਜ ਕੱਲ੍ਹ ਆ ਗਰਮੀ ਚੱਲਦੀ ਪਈ ਆ, ਤੇ ਫਿਰ ਸਾਨੂੰ ਬੇਸ਼ੱਕ ਆਪਾਂ 20 ਮੀਟਰ 30 ਮੀਟਰ ਰੱਖਿਆ 15 ਮੀਟਰ ਰੱਖਿਆ, ਉਹ ਗੱਲ ਲੱਗ ਗਿਆ। ਤੇ ਕਿਉਂ ਕਹਿੰਦੇ ਪਏ ਨੇ, ਕਿਉਂ ਸਾਨੂੰ ਸਲਾਬੇ ਦੇ ਵਿੱਚ ਜਿਹੜਾ ਆ ਗਿੱਲੀਆਂ ਸੜਕਾਂ ਤੇ ਜਿਹੜਾ ਆ ਜ਼ਿਆਦਾ ਗੈਪ ਰੱਖਣਾ ਚਾਹੀਦਾ ਹੈ ਅਗਲੀ ਗੱਡੀ ਤੇ ਆਪਣੀ ਗੱਡੀ ਦੇ ਦਰਮਿਆਨ ਸੁੱਕੇ ਮੌਸਮ ਦੇ ਮੁਕਾਬਲੇ? ਕਿਉਂ? ਵਾਈਲ ਦੇ ਬ੍ਰੈਮਸਵਿਕ ਲਹਿੰਗਾ ਵਿਦ, ਕਿ ਜਿਹੜੀ ਆਪਾਂ ਬ੍ਰੇਕ ਲਾਣੀ ਹੁੰਦੀ ਹੈ ਜਦੋਂ ਆਪਾਂ ਗਿੱਲੀ ਸੜਕ ਤੇ ਜਾਂ ਪੱਤੇ ਪੁੱਤੇ ਡਿੱਗੇ ਹੋਣ ਸੜਕ ਤੇ, ਜਾਂ ਵੈਸੇ ਉੱਥੇ ਜਦੋਂ ਆਪਾਂ ਜਾਂ ਪਾਣੀ ਪਿਆ ਹੋਵੇ ਹੈ ਨਾ, ਤੇ ਆਪਾਂ ਉੱਥੇ ਬ੍ਰੇਕ ਲਾਵਾਂਗੇ ਤੇ ਸਾਡੀ ਗੱਡੀ ਨੇ ਤਿਲਕਣਾ ਆ, ਥੋੜਾ ਜਿਹਾ ਬ੍ਰੇਕ ਲੱਗਣੀ ਥੋੜੀ ਦੂਰ ਜਾ ਕੇ, ਜਿਹੜੀ ਬ੍ਰੈਮਸ ਵੇਗ ਆ ਉਹ ਲੰਮੀ ਹੋ ਜਾਣੀ ਆ। ਠੀਕ ਆ ਜੀ। ਜੇ ਆਪਾਂ ਮੰਨ ਲਓ ਸਾਨੂੰ ਬ੍ਰੇਕ ਲਾਣੀ ਪੈ ਗਈ ਤੇ ਆਪਾਂ ਸਲਾਬੇ ਦੇ ਵਿੱਚ ਅਗਲੀ ਗੱਡੀ ਤੇ ਆਪਣੀ ਗੱਡੀ ਦੇ ਦਰਮਿਆਨ ਜਿਹੜਾ 20 ਮੀਟਰ ਦਾ ਗੈਪ ਰੱਖਿਆ ਹੋਇਆ, ਤੇ ਸਾਡੀ ਗੱਡੀ ਬ੍ਰੇਕ ਲੱਗਦੇ ਉਹਦੇ 'ਚ ਵੱਜ ਸਕਦੀ ਹੈ। ਇਸ ਕਰਕੇ ਸਾਨੂੰ ਜਿਹੜਾ ਆ ਖਾਸ ਕਰਕੇ ਸਲਾਬੇ ਵਿੱਚ ਗਿੱਲੀਆਂ ਸੜਕਾਂ ਤੇ ਜਿਹੜਾ ਆ ਥੋੜਾ ਜਿਹਾ ਗੈਪ ਜ਼ਿਆਦਾ ਰੱਖਣਾ ਚਾਹੀਦਾ ਅਗਲੀ ਗੱਡੀ ਤੇ ਆਪਣੀ ਗੱਡੀ ਦੇ ਦਰਮਿਆਨ। Weil sich der Kontakt zwischen Reifen und Fahrbahn verschlechtert, ਇਹ ਵੀ ਠੀਕ ਆ ਕਿ ਜਦੋਂ ਸੜਕ ਗਿੱਲੀ ਹੁੰਦੀ ਆ ਜਾਂ ਪੱਤੇ ਡਿੱਗੇ ਹੋਣ ਜਾਂ ਚਿੱਕੜ ਹੋਵੇ ਜਾਂ ਕਿਸੇ ਵੀ ਕਰਕੇ ਸਲਾਬਾ ਹੋਵੇ, ਉਦੋਂ ਜਿਹੜਾ ਟਾਇਰਾਂ ਦੀ ਪਕੜ ਨਹੀਂ ਹੁੰਦੀ ਸੜਕ ਦੇ ਉੱਪਰ, ਲੁੱਕ ਬਜਰੀ ਦੇ ਉੱਪਰ ਟਾਇਰਾਂ ਦੀ ਇੰਨੀ ਵਧੀਆ ਪਕੜ ਨਹੀਂ ਹੁੰਦੀ ਤੇ ਤਿਲਕਣ ਦਾ ਡਰ ਬਣਿਆ ਰਹਿੰਦਾ ਹੈ। ਤੇ ਅੱਗੇ ਕਹਿੰਦਾ weil durch Spritzwasser die Sicht beeinträchtigt werden kann, ਇਹ ਵੀ ਹੋ ਸਕਦਾ ਆ ਕਿ ਜਦੋਂ ਆਪਾਂ ਇੱਦਾਂ ਦੇ ਸਲਾਬੇ ਵਾਲਾ ਮੌਸਮ ਆ, ਕਿਤੇ ਪਾਣੀ ਖੜਾ ਆ, ਕਿਸੇ ਗੱਡੀ ਓਵਰਟੇਕ ਕੀਤੀ ਸਾਨੂੰ, ਤੇ ਅਗਲੀ ਗੱਡੀ ਤੇ ਆਪਣੀ ਗੱਡੀ ਦਾ ਜਿਹੜਾ ਵੈਸੇ ਹੀ ਆਪਾਂ ਜਿਹੜਾ ਗੈਪ ਥੋੜਾ ਰੱਖਿਆ ਹੋਇਆ, ਤੇ ਕਿਸੇ ਨੇ ਉਹ ਜਿਹੜਾ ਸਾਡੇ ਉੱਪਰ ਜਿਹੜਾ ਸਪ੍ਰਿਟਸਵਾਸਾ ਜਿਹੜਾ ਆ, ਜਿਵੇਂ ਟਾਇਰਾਂ ਨਾਲ ਜਿਹੜਾ ਸਾਡੇ ਉੱਪਰ ਡਿੱਗ ਪਿਆ ਪਾਣੀ ਯਕਦਮ ਸਾਡੇ ਸ਼ੀਸ਼ੇ ਦੇ ਉੱਪਰ, ਤੇ ਉਹਦੇ ਨਾਲ ਕੀ ਹੋ ਸਕਦਾ, ਸਾਡੀ ਜਿਹੜੀ ਸਾਨੂੰ ਦਿਖਾਈ ਦੇ ਰਿਹਾ ਅੱਗੇ ਸਾਰਾ ਕੁਝ ਉਹ ਯਕਦਮ ਜਿਹੜਾ ਆ ਧੁੰਦਲਾ ਦਿਖਾਈ ਦੇਗਾ, ਸਾਡਾ ਜਿਹੜਾ ਆ ਉਹ ਬੇਇੰਟਰਸਟਿਕ ਹੋ ਜਾਏਗਾ, ਸਾਨੂੰ ਜਿਹੜਾ ਦਿਖਣ ਵਿੱਚ ਜਿਹੜੀ ਕਟੌਤੀ ਆ ਜਾਏਗੀ ਸਾਡੇ, ਕਿਉਂਕਿ ਸਾਡੇ ਸ਼ੀਸ਼ੇ ਤੇ ਯਕਦਮ ਪਾਣੀ ਕੋਈ ਸੁੱਟ ਗਿਆ ਝਟਕੇ ਨਾਲ, ਜਿੱਦਾਂ ਕੋਈ ਲੰਘ ਕੇ ਗਿਆ ਕੋਲੋਂ ਦੀ ਟਾਇਰਾਂ ਨਾਲ, ਤੇ ਇਦਾਂ ਵੀ ਹੋ ਸਕਦਾ। ਤੇ ਇਹ ਵੀ ਸਹੀ ਰਹੇਗਾ ਇਦਾਂ ਦੇ ਮੌਸਮ ਵਿੱਚ। ਤੇ ਇੱਥੇ wo müssen Sie besonders mit Fahrbahnvereisung rechnen, ਕਿ ਖਾਸ ਕਰਕੇ ਤੁਹਾਨੂੰ ਕਿੱਥੇ ਜਿਹੜਾ ਆ ਸੜਕ ਦੇ ਉੱਪਰ ਆਈਸ ਜਿਹੜੀ ਹੁੰਦੀ ਆ ਜੰਮ ਜਾਂਦੀ ਆ ਸਿਆਲਾਂ ਦੇ ਵਿੱਚ, ਉਹ ਕਿਹੜੀਆਂ ਜਗ੍ਹਾਵਾਂ ਹੁੰਦੀਆਂ ਖਾਸ ਕਰਕੇ ਜਿੱਥੇ ਆਈਸ ਜੰਮੀ ਹੋ ਸਕਦੀ, ਜਿੱਥੇ ਆਈਸ ਤੋਂ ਵੀ ਕਿਉਂਕਿ ਜਿਹੜੀ ਗੱਡੀ ਆ ਸਲਿੱਪ ਕਰ ਜਾਂਦੀ ਆ। ਆਫ ਬ੍ਰੂਕਨ, ਇਹ ਬਿਲਕੁਲ ਸਹੀ ਆ ਕਿ ਜਿੱਥੇ ਪੁਲ ਹੁੰਦੇ ਆ, ਥੱਲੋਂ ਵੀ ਗੱਡੀਆਂ ਲੰਘਦੀਆਂ ਹੋਣ ਹੈ ਨਾ, ਤੇ ਉੱਪਰ ਪੁਲ ਆ, ਤੇ ਇੱਥੇ ਇੱਕ ਸਾਇੰਸ ਕੰਮ ਕਰਦੀ ਆ ਕਿ ਜਿੱਦਾਂ ਹਮੇਸ਼ਾ ਜਿਹੜੀ ਗਰਮੀ ਆ ਹਮੇਸ਼ਾ ਤਾਂ ਨੂੰ ਜਾਂਦੀ ਆ, ਗਰਮੈਸ਼ ਜਿਹੜੀ ਆ, ਇੱਕ ਪੁਲ ਆ ਜਿੱਦਾਂ, ਤੇ ਥੱਲੋਂ ਧਰਤੀ ਤੋਂ ਜਿਹੜਾ ਗੈਪ ਲੈ ਲਈਏ ਆਪਾਂ, ਤੇ ਧਰਤੀ ਤੋਂ ਲੈ ਕੇ ਪੁਲ ਵਾਲੇ ਪਾਸੇ ਨੂੰ ਜਿਹੜੀ ਗਰਮੈਸ਼ ਜਾਣੀ ਆ, ਤੇ ਉੱਪਰ ਪੁਲ ਦੇ ਫਿਰ ਗਾਂ ਨੂੰ ਜਿਹੜੀ ਠੰਡ ਹੋਣੀ ਆ, ਤੇ ਜਿੱਥੇ ਗਰਮ ਇਕੱਠਾ ਹੋਣਾ ਉੱਥੇ ਆਈਸ ਜੰਮਣੀ ਆ। ਇਸ ਕਰਕੇ ਪੁਲਾਂ ਦੇ ਉੱਪਰ ਕਹਿੰਦੇ ਜਿਹੜੀ ਸੜਕ ਲੰਘਦੀ ਹੋਵੇ, ਥੱਲੇ ਪੁਲ ਹੋਵੇ, ਉੱਤੋਂ ਇਹ ਹੋਰ ਸੜਕ ਲੰਘਦੀ ਹੋਵੇ, ਤੇ ਉੱਥੇ ਜਿਹੜਾ ਆਈਸ ਜੰਮੀ ਹੁੰਦੀ ਆ। ਆਫ ਸਟ੍ਰੇਕਨ ਦੀ ਦੁਸ਼ ਵਾਲਡ ਫਿਊਰਨ, ਇਹ ਵੀ ਹੋ ਸਕਦਾ ਕਿ ਜਿਹੜੀਆਂ ਸੜਕਾਂ ਵਰਲਡ ਵਿੱਚੋਂ ਲੰਘਦੀਆਂ, ਜੰਗਲਾਂ ਦੇ ਵਿੱਚੋਂ ਲੰਘਦੀਆਂ, ਉੱਥੇ ਵੀ ਜਿਹੜਾ ਆਈਸ ਜੰਮੀ ਹੋ ਸਕਦੀ ਆ, ਕਿਉਂਕਿ ਕਈ ਵਾਰੀ ਪੱਤਿਆਂ ਦੇ ਉੱਤੋਂ ਜਾਂ ਬੂਟਿਆਂ ਦੇ ਉੱਤੋਂ ਹੌਲੀ ਜਿਹੜੀ ਆਈਸ ਖੁਰ ਕੇ ਡਿੱਗੀ ਜਾਂਦੀ ਹੈ, ਥੱਲੇ ਡਿੱਗ ਕੇ ਫਿਰ ਉਹ ਜਿਹੜੀ ਆ ਇਕੱਠੀ ਹੋ ਕੇ ਜਿੱਦਾਂ ਆਈਸ ਕਲੈਟਿੰਗ ਬਣ ਜਾਂਦੀ ਆ, ਤੇ ਉੱਥੇ ਵੀ ਹੋ ਸਕਦੀ ਆ। ਆਫ ਸਟਾਰਕ ਬਿਫਾਰਨ ਸਟ੍ਰੇਕਨ, ਤੇ ਤੀਜੇ 'ਚ ਲਿਖਿਆ ਕਿ ਜਿਹੜੇ ਸੜਕਾਂ ਬਹੁਤ ਜ਼ਿਆਦਾ ਚੱਲਦੀਆਂ ਨੇ, ਸਟਾਰਕ ਬਿਫਾਰਨ ਸਟ੍ਰੇਕਨ, ਉੱਥੇ ਵੀ ਜੰਮੇ ਹੋ ਸਕਦੀਆਂ। ਉੱਥੇ ਨਹੀਂ ਹੋ ਸਕਦੀ, ਜਿਹੜੀ ਸੜਕ ਬਹੁਤ ਜ਼ਿਆਦਾ ਚੱਲਦੀ ਆ ਉੱਥੇ ਆਈਸ ਨਹੀਂ ਜੰਮਦੀ, ਉੱਥੇ ਨਹੀਂ ਹੋ ਸਕਦੀ। ਠੀਕ ਹੈ ਜੀ, ਇਹ ਵੀ ਹੋ। ਇੱਥੇ ਲਿਖਿਆ auf der Fahrbahn befindet sich Öl, wie sollten Sie sich jetzt verhalten? ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਸਾਹਮਣੇ ਤੇਲ ਡਿੱਗਾ ਹੋਇਆ ਸੜਕ ਦੇ ਉੱਪਰ ਤੁਹਾਡੇ ਵਾਲੇ ਪਾਸੇ, ਤੇ ਤੁਹਾਡਾ ਹੁਣ ਇੱਥੇ ਕੀ ਬਿਹੇਵੀਅਰ ਹੋਏਗਾ। ਪਹਿਲਾ ਆਨਸਰ ਲਿਖਿਆ ich informiere die Feuerwehr, ਕਿ ਮੈਂ ਜਿਹੜਾ ਆ ਫੋਇਆਵੇਅਰ ਨੂੰ ਜਿਹੜਾ ਆ ਫੋਨ ਕਰਕੇ ਦੱਸਾਂਗਾ ਕਿ ਫਲਾਣੀ ਸੜਕ ਤੇ ਤੇਲ ਡਿੱਗਾ ਹੋਇਆ। Ich vermeide starkes Bremsen und rückartiges Lenken, ਇਹ ਵੀ ਠੀਕ ਆ ਕਿ ਮੈਂ ਇੱਥੇ ਬ੍ਰੇਕ ਵੀ ਜਿਹੜੀ ਕੋਸ਼ਿਸ਼ ਕਰਾਂਗਾ, ਮੈਨੂੰ ਇੱਥੇ ਬ੍ਰੇਕ ਨਾ ਲਾਣੀ ਪੈ ਜਾਵੇ, ਤੇ
ਨਾ ਹੀ ਮੈਂ ਜਿਹੜਾ ਆ ਇੱਧਰ ਉੱਧਰ ਜਿਹੜਾ ਆ ਹੈਕਟਿਕ ਕਰਾਂਗਾ ਕਿ ਮੈਂ ਇੱਧਰ ਨੂੰ ਥੋੜ੍ਹਾ ਜਿਹਾ ਸਟੀਅਰਿੰਗ ਇੱਧਰ ਘੁਮਾ ਲਾਂ, ਫਿਰ ਇੱਧਰ ਘੁਮਾ ਲਾਂ, ਰੁਕਾਰਟਿਕ ਲਿੰਕਿੰਗ ਕਹਿੰਦੇ ਨੇ, ਇੱਧਰ ਨੂੰ ਘੁਮਾ ਕੇ ਲੰਘ ਜਾਵਾਂ, ਤੇ ਇੱਦਾਂ ਵੀ ਨਹੀਂ ਕਰਾਂਗਾ। ਤੀਜੇ ਤੇ ਵੀ ਉਹੀ ਲਿਖਿਆ ਕਿ ਇਸ਼ ਵਾਇਸ ਆਫ ਦੀ ਲਿੰਕ ਫਾਬਨ ਹੈਲਥ ਹਾਊਸ, ਇੱਥੇ ਲਿਖਿਆ ਕਿ ਮੈਂ ਜਿਹੜਾ ਹੈ ਗੱਡੀ ਨੂੰ ਇੱਧਰ ਨੂੰ ਕਰ ਲਾਂਗਾ ਤੇ ਦੁਆਲਿਆਂ ਦੀ ਘੁਮਾ ਕੇ ਲੰਘ ਜਾਵਾਂਗਾ ਇੱਥੋਂ। ਇਹ ਨਹੀਂ ਸਹੀ ਹੈਗਾ, ਕਿਉਂਕਿ ਆਪਾਂ ਉੱਤੇ ਪਹਿਲਾਂ ਹੀ ਇਹ ਕਹਿਤਾ ਕਿ ਨਾ ਮੈਂ ਇੱਥੇ ਬ੍ਰੇਕ ਲਾਵਾਂਗਾ ਤੇ ਨਾ ਹੀ ਮੈਂ ਜਿਹੜਾ ਆ ਇੱਧਰ ਉੱਧਰ ਜਿਹੜਾ ਗੱਡੀ ਨੂੰ ਕਰਕੇ ਲੰਘਣ ਦੀ ਕੋਸ਼ਿਸ਼ ਕਰਾਂਗਾ। ਤੇ ਇਹ ਦੋਵੇਂ ਉੱਪਰ ਵਾਲੇ ਜਿਹੜੇ ਸਹੀ ਆ, ਥੱਲੇ ਵਾਲਾ ਨਹੀਂ ਸਹੀ। ਇਹ ਵੀ ਠੀਕ ਹੋ ਗਿਆ। ਤੇ ਉਹ ਮੈਂ ਦੇਖਿਆ ਹੀ ਨਹੀਂ, ਆਪਾਂ 24 ਨੰਬਰ ਤੇ ਆ ਗਏ ਅੱਜ। ਤੇ ਚਲੋ ਅੱਜ ਲਈ ਇੰਨਾ ਹੀ। ਤੇ ਬਾਕੀ ਜੇ ਕਿਸੇ ਦਾ ਕੋਈ ਡਾਊਟ ਹੋਵੇ, ਕੋਈ ਕੁਐਸਚਨ ਹੋਵੇ ਤੇ ਪਲੀਜ਼ ਲਿਖ ਸਕਦਾ ਆ। ਤੇ ਇੱਕ ਭੈਣ ਮੇਰੀ ਨੇ ਕਿਹਾ ਸੀ ਕਿ ਭਾਜੀ ਇਹ ਗੱਡੀ ਦੇ ਪਾਰਟ ਜਿਹੜੇ ਹੁੰਦੇ ਆ, ਜਿਵੇਂ ਸਟੀਅਰਿੰਗ ਹੁੰਦਾ ਆ, ਗੀਅਰ ਹੁੰਦਾ ਆ, ਕਲੱਚ ਹੁੰਦਾ, ਬ੍ਰੇਕ ਹੁੰਦੀ, ਰੇਸ ਹੁੰਦੀ ਆ, ਇਹਨਾਂ ਦੇ ਉੱਤੇ ਇੱਕ ਵੀਡੀਓ ਜ਼ਰੂਰ ਬਣਾਇਓ। ਤੇ ਮੈਂ ਜ਼ਰੂਰ ਬਣਾਇਆ ਕਰਾਂਗਾ, ਜਾਂ ਤੇ ਫਿਰ ਮੈਂ ਹਰ ਵੀਡੀਓ ਦੇ ਵਿੱਚ 1-2 ਪਾਰਟ ਦਾ ਜਿਵੇਂ ਨਾਂ ਲੈ ਦਿਆ ਕਰਾਂਗਾ। ਸਟੀਅਰਿੰਗ ਜਿਵੇਂ ਆ, ਸਟੀਅਰਿੰਗ ਨੂੰ ਲਿੰਕ ਰਾਡ ਕਹਿੰਦੇ ਆ ਇੱਥੇ, ਕਿਉਂਕਿ ਭੈਣ ਨੇ ਸੋਚਿਆ ਹੋਏਗਾ ਕਿ ਜਦੋਂ ਆਪਾਂ ਸਟੁੰਡੇ ਲਾਣੇ ਆ, ਜਦੋਂ ਫਾਰ ਲੇਰਾ ਕੋਲ ਹੋਏਗਾ ਤੇ ਉਹਨਾਂ ਨੇ ਡੋਚ 'ਚ ਕਹਿਣਾ ਤੇ ਮੈਨੂੰ ਪਤਾ ਹੀ ਨਹੀਂ ਲੱਗਣਾ। ਕਈ ਭੈਣ ਭਰਾ ਕਈ ਸੋਚਦੇ ਹੋਣਗੇ ਕਿ ਸਾਨੂੰ ਪਤਾ ਹੀ ਨਹੀਂ ਕਿ ਸਟੀਅਰਿੰਗ ਨੂੰ ਕਹਿੰਦੇ ਕੀ ਆ ਜਰਮਨ ਦੇ ਵਿੱਚ, ਜਾਂ ਬ੍ਰੇਕ ਨੂੰ ਕੀ ਕਹਿੰਦੇ ਆ, ਜਾਂ ਕਲੱਚ ਨੂੰ ਕੀ ਕਹਿੰਦੇ ਆ। ਤੇ ਕੋਈ ਨਹੀਂ, ਮੈਂ ਵੀਡੀਓ ਵੀ ਬਣਾ ਦਿਆਂਗਾ ਤੇ 1-2 ਚੀਜ਼ ਜਿਹੜੀ ਆ ਹਰ ਵੀਡੀਓ 'ਚ ਵਿੱਚ ਦੱਸ ਵੀ ਦਿਆ ਕਰਾਂਗਾ। ਜਿੱਦਾਂ ਹੁਣ ਕਿਹਾ ਕਿ ਸਟੀਅਰਿੰਗ ਨੂੰ ਜਿਹੜਾ ਆ ਲਿੰਕ ਰਾਡ ਕਹਿੰਦੇ ਆ। ਤੇ ਬਾਕੀ ਜੀ ਜੇ ਕੋਈ ਭੈਣ ਭਰਾ ਨਵਾਂ ਆਇਆ ਆ ਚੈਨਲ ਤੇ ਵੀਡੀਓ ਵੇਖ ਰਿਹਾ ਤੇ ਪਲੀਜ਼ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ, ਤਾਂ ਜੋ ਤੁਹਾਨੂੰ ਸਾਰੇ ਪਾਰਟ ਜਿਹੜਾ ਆ ਸਭ ਤੋਂ ਪਹਿਲਾਂ ਮਿਲ ਜਾਇਆ ਕਰਨ। ਤੇ ਬਾਕੀ ਮੋਟੀਵੇਟ ਕਰਨ ਲਈ ਤੁਹਾਡੇ ਇੱਕ ਲਾਈਕ ਦੀ ਲੋੜ ਪੈਂਦੀ ਆ, ਸ਼ੇਅਰ ਦੀ ਲੋੜ ਪੈਂਦੀ ਆ, ਕਮੈਂਟ ਦੀ ਲੋੜ ਪੈਂਦੀ ਆ। ਸੋ ਪਲੀਜ਼ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਤੇ ਜੇ ਕੋਈ ਗੁਸਤਾਖੀ ਹੋ ਜਾਂਦੀ ਹੈ ਜਾਣੇ ਅਣਜਾਣੇ ਵਿੱਚ, ਤੁਹਾਡਾ ਲਵ ਸਿੰਘ ਤੁਹਾਡੇ ਤੋਂ ਮਾਫੀ ਚਾਹੁੰਦਾ ਹੈ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਜਿਉਂਦੇ ਵਸਦੇ ਰਹੋ।